ਕਿਸ਼ਕਈਏ ਟੀਵੀ ਦੇ ਤਮਾਮ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਆਦਾਬ ਅਰਜ਼। ਔਰ ਹਰ ਵਾਰ ਦੀ ਤਰ੍ਹਾਂ ਅੱਜ ਫਿਰ ਸਾਡੇ ਨਾਲ ਮਾਹਰ ਡਾਕਟਰ ਸਵਰਨਜੀਤ ਕੌਰ ਗਰੇਵਾਲ ਜਿਹੜੇ ਸਮੇਂ-ਸਮੇਂ ਸਿਰ ਸਾਨੂੰ ਚਲੰਤ ਮਸਲਿਆਂ ਦੇ ਹੱਲ ਦੱਸਦੇ ਰਹਿੰਦੇ ਨੇ। ਤੇ ਕੱਲ ਜਿਹੜੀ ਤਾਜ਼ਾ ਘਟਨਾਕ੍ਰਮ ਜਿਹੜਾ ਹੋਇਆ ਉਹ ਇਹ ਸੀਗਾ ਕਿ ਰੇਲ ਰੋਕੋ ਇੱਕ ਪ੍ਰੋਗਰਾਮ ਸੀਗਾ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਦਿੱਤਾ ਗਿਆ, ਤੇ ਉਹਦੇ ਸੰਬੰਧ ਦੇ ਵਿੱਚ ਆਪਾਂ ਇਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ। ਉਸ ਤੋਂ ਇਲਾਵਾ ਨਗਰ ਨਿਗਮਾਂ ਤੇ ਜਿਹੜੇ ਪੰਚਾਇਤੀ ਚੋਣਾਂ ਹੋਈਆਂ ਨੇ ਉਹਨਾਂ ਦੇ ਬਾਰੇ ਇਹਨਾਂ ਤੋਂ ਜਾਣਕਾਰੀ ਲਵਾਂਗੇ। ਤੀਸਰਾ ਸਾਡੇ ਕੋਲ ਮੁੱਦਾ ਹੈਗਾ, ਮੇਨ ਜਿਹੜਾ ਅਹਿਮ ਮੁੱਦਾ ਉਹ ਹੈਗਾ ਪੈਟਰੋਲ ਤੇ ਗੈਸ ਦੀ ਕੀਮਤ ਜਿਹੜੀ ਆ ਵਧਣ ਨਾਲ ਮਹਿੰਗਾਈ ਦੀ ਮਾਰ ਤੇ ਜਨਤਾ ਤੇ ਕੀ ਪ੍ਰਭਾਵ ਪਵੇਗਾ। ਚੌਥੀ ਜਿਹੜਾ ਮੁੱਦਾ ਹੈਗਾ ਉਹ ਹੈਗਾ ਜਥੇਬੰਦੀਆਂ ਦੇ ਆਗੂ ਤੇ ਹੋਰ ਕਿਸਾਨਾਂ ਦੀਆਂ ਫੋਟੋ ਫੋਰੈਂਸਿਕ ਲੈਬ ਵੱਲੋਂ ਜੋ ਜਾਰੀ ਕੀਤੀਆਂ ਗਈਆਂ ਹਨ ਦਿੱਲੀ ਪੁਲਿਸ ਵੱਲੋਂ, ਉਹਨਾਂ ਦੇ ਬਾਰੇ ਜਾਣਕਾਰੀ ਲਵਾਂਗੇ ਕਿ ਉਹ ਕੀ ਚੀਜ਼ ਹਨ। ਸੋ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਡਾਕਟਰ ਸਾਹਿਬ, ਕਿਸਾਨੀ ਅੰਦੋਲਨ ਦੇ ਚੱਲਦੇ ਬਹੁਤ ਸਾਰੇ ਉਤਾਰ ਚੜਾਅ ਜਿਹੜੇ ਸਾਨੂੰ ਦੇਖਣ ਨੂੰ ਮਿਲ ਰਹੇ ਨੇ। ਤੇ ਕੱਲ 18 ਫਰਵਰੀ ਨੂੰ ਜਿਹੜਾ ਇੱਕ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਪ੍ਰੋਗਰਾਮ ਉਲੀਕਿਆ ਗਿਆ ਸੀਗਾ, ਉਹ ਰੇਲ ਰੋਕੋ ਪ੍ਰੋਗਰਾਮ ਕਿੰਨਾ ਕੁ ਸਫਲ ਰਿਹਾ ਤੇ ਕਿੰਨਾ ਕੁ ਅਸਫਲ ਰਿਹਾ, ਇਹਦੇ ਬਾਰੇ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰੋ ਵਿਸਥਾਰ ਸੇ। ਪਰਮਵੀਰ, ਇਹਦੇ ਵਿੱਚ ਇੱਕ ਮੈਂ ਵੱਖਰੀ ਗੱਲ ਦੇਖਦੀ ਹਾਂ ਕਿ ਜਿਹੜੇ ਇਤਿਹਾਸ ਦੇ ਵਿੱਚ ਆਪਾਂ ਪਹਿਲਾਂ ਦੇਖਦੇ ਹਾਂ ਕਿ ਰੇਲ ਰੋਕੋ ਪ੍ਰੋਗਰਾਮ ਹੁੰਦੇ ਰਹੇ ਆ, ਉਹਨਾਂ ਦੇ ਵਿੱਚ ਹਿੰਸਕ ਝੜਪਾਂ ਵੀ ਦੇਖਣ ਨੂੰ ਮਿਲਦੀਆਂ ਰਹੀਆਂ, ਕਈ ਥਾਵਾਂ ਤੇ ਆਗਜਨੀ ਵੀ ਹੁੰਦੀ ਰਹੀ ਹੈ ਤੇ ਬਹੁਤ ਹਿੰਸਕ ਮਤਲਬ ਬਹੁਤ ਵਾਰਦਾਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਰਹੀਆਂ ਤੇ ਲੋਕ ਡਰਦੇ ਰਹੇ ਨੇ ਕਿ ਰੇਲ ਰੋਕੋ ਪ੍ਰੋਗਰਾਮ ਦਿੱਤਾ ਹੈ ਤੇ ਰੇਲ ਰੋਕੋ ਪ੍ਰੋਗਰਾਮ ਦੇ ਵਿੱਚ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਡਰ ਹੁੰਦਾ ਸੀ ਕਿ ਪਤਾ ਨਹੀਂ ਕੀ ਬਣੇਗਾ। ਲੇਕਿਨ ਜਿਹੜਾ ਜਥੇਬੰਦੀਆਂ ਵੱਲੋਂ ਰੇਲ ਰੋਕੋ ਪ੍ਰੋਗਰਾਮ ਦਿੱਤਾ ਗਿਆ ਉਹ ਬਹੁਤ ਹੀ ਵਿਲੱਖਣ ਕਿਸਮ ਦਾ ਹੈ, ਜਿਹਦੇ ਵਿੱਚ ਸ਼ੁਰੂ ਤੋਂ ਹੀ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦੀਆਂ ਆ ਰਹੀਆਂ ਨੇ ਤੇ ਇਹਦੇ ਵਿੱਚ ਵੀ ਉਹਨਾਂ ਨੇ ਬਕਾਇਦਾ ਸ਼ਾਂਤੀ ਰੱਖਣ ਦੀ ਅਪੀਲ ਕੀਤੀ। ਔਰ ਇਸ ਦੀ ਖੂਬਸੂਰਤੀ ਇਹ ਰਹੀ ਕਿ ਜਿੱਥੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਸਾਰੇ ਦੇਸ਼ ਦੇ ਵਿੱਚ ਰੇਲਾਂ ਰੁਕੀਆਂ ਗਈਆਂ, ਉੱਥੇ ਜਿਹੜੇ ਉਹਨਾਂ ਰੇਲਾਂ ਦੇ ਯਾਤਰੂ ਸੀਗੇ ਉਹਨਾਂ ਯਾਤਰੂਆਂ ਦੇ ਪ੍ਰਤੀ ਸੁਹਿਰਦ ਵਰਤਾਰਾ ਵਰਤਿਆ ਗਿਆ। ਸੁਹਿਰਦ ਇਸ ਤਰ੍ਹਾਂ ਕਿ ਜਿਨ੍ਹਾਂ ਲੋਕਾਂ ਨੂੰ ਖਾਣੇ ਦੀ ਲੋੜ ਸੀ ਉਹਨਾਂ ਨੂੰ ਖਾਣਾ ਦਿੱਤਾ ਗਿਆ, ਚਾਹ ਦੀ ਜ਼ਰੂਰਤ ਸੀ ਚਾਹ ਦਿੱਤੀ ਗਈ, ਜਿੱਥੇ ਬੱਚਿਆਂ ਨੂੰ ਕਿਸੇ ਚੀਜ਼ ਦੀ ਕਿਸੇ ਕਿਸਮ ਦੀ ਦੁੱਧ ਵਗੈਰਾ ਦੀ ਜ਼ਰੂਰਤ ਸੀ ਉਹ ਦਿੱਤੀ ਗਈ, ਈਵਨ ਕਿ ਜਿਹੜੇ ਮਰੀਜ਼ਾਂ ਨੂੰ ਕਿਸੇ ਦਵਾਈ ਦੀ ਲੋੜ ਸੀ ਉਹ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਤਰ੍ਹਾਂ ਉਹਨਾਂ ਲੋਕਾਂ ਨੂੰ ਇਹ ਲੱਗਿਆ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਤਾਂ ਸੁਹਿਰਦੀ ਬੜੇ ਨੇ ਲੋਕ, ਕਿਉਂਕਿ ਸਾਡੇ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਰੋਕੀਆਂ ਜਾਂਦੀਆਂ ਸੀ ਉਹ ਬਾਹਰਲੇ ਸੂਬਿਆਂ ਵਿੱਚ ਇਹ ਜਿਹੜਾ ਗੋਦੀ ਮੀਡੀਆ ਉਹਦੇ ਵੱਲੋਂ ਫੈਲਾਇਆ ਗਿਆ ਸੀ ਸਿੱਖ ਤਾਂ ਜੀ ਅੱਤਵਾਦੀ ਹੈ, ਇਹ ਖਾਲਿਸਤਾਨੀ ਹੈ, ਇਹ ਬੜੇ ਇਸ ਤਰ੍ਹਾਂ ਕਰਨਗੇ ਉਸ ਤਰ੍ਹਾਂ ਕਰਨਗੇ, ਪਰ ਜਦੋਂ ਉਹਨਾਂ ਨੂੰ ਇਹ ਵਤੀਰਾ ਮਿਲਿਆ ਤਾਂ ਇਹ ਸੁਹਿਰਦਤਾ ਦੇਖਣ ਨੂੰ ਮਿਲੀ ਤਾਂ ਉਹ ਲੋਕ ਵੀ ਇਹਨਾਂ ਦੇ ਨਾਲ ਖੜੇ ਹੋ ਗਏ ਤੇ ਬੜੇ ਆਸਾਨੀ ਦੇ ਨਾਲ ਉਹਨਾਂ ਨੇ ਇਸ ਚੀਜ਼ ਨੂੰ ਸਮਝਿਆ ਵੀ, ਕਿਉਂਕਿ ਵੱਖ-ਵੱਖ ਸੂਬਿਆਂ ਦੇ ਲੋਕ ਉਹਨਾਂ ਗੱਡੀਆਂ ਦੇ ਵਿੱਚ ਸੀਗੇ ਤੇ ਉਹਨਾਂ ਗੱਡੀਆਂ ਦੇ ਵਿੱਚ ਇਹ ਸਾਰੇ ਸੁਹਿਰਦਤਾਪੂਰਨ ਵਰਤਾਰੇ ਦੇ ਨਾਲ ਨਾਲ ਇਹ ਵੀ ਜਥੇਬੰਦੀਆਂ ਦੇ ਜਿਹੜੇ ਕਾਰਕੁਨ ਸੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਆਖਰ ਸਾਡੀਆਂ ਮੰਗਾਂ ਕੀ ਨੇ, ਅਸੀਂ ਕਿਉਂ ਇਹ ਰੇਲਾਂ ਰੋਕ ਰਹੇ ਹਾਂ। ਤਾਂ ਫਿਰ ਉਹਨਾਂ ਤੋਂ ਜਦੋਂ ਇਹ ਸਾਰਾ ਕੁਝ ਪੁੱਛਿਆ ਵੀ ਗਿਆ ਕੁਝ ਪੱਤਰਕਾਰਾਂ ਵੱਲੋਂ ਕਿ ਕੀ ਤੁਸੀਂ ਇਸ ਰੇਲ ਰੋਕੋ ਅੰਦੋਲਨ ਦੇ ਵਿੱਚ ਪਰੇਸ਼ਾਨ ਤਾਂ ਨਹੀਂ ਹੋ ਰਹੇ, ਜਾਂ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ, ਜਾਂ ਤੁਸੀਂ ਕਿਸਾਨਾਂ ਬਾਰੇ ਕੀ ਸੋਚਦੇ ਹੋ, ਤਾਂ ਉਹਨਾਂ ਲੋਕਾਂ ਦਾ ਪ੍ਰਤੀਕਰਮ ਸੀ ਕਿ ਅਸੀਂ ਬਹੁਤ ਖੁਸ਼ ਹਾਂ ਕਿਉਂਕਿ ਇਹਨਾਂ ਕਿਸਾਨਾਂ ਵੱਲੋਂ ਸਾਡੀਆਂ ਸਾਰੀਆਂ ਲੋੜਾਂ ਦਾ ਧਿਆਨ ਰੱਖਿਆ ਗਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਦੀਆਂ ਜਾਇਜ਼ ਮੰਗਾਂ ਦੇ ਹੱਕ ਵਿੱਚ ਹਾਂ ਤੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਆਈ, ਸਾਨੂੰ ਕੋਈ ਦਿੱਕਤ ਨਹੀਂ ਆਈ, ਈਵਨ ਅਸੀਂ ਖੁਸ਼ ਹਾਂ ਕਿ ਸਾਡੀ ਪੂਰੀ ਤਰ੍ਹਾਂ ਇਹਨਾਂ ਨੇ ਮਦਦ ਕੀਤੀ ਹੈ, ਸਾਡੇ ਨਾਲ ਖੜੇ ਨੇ ਤੇ ਅਸੀਂ ਖੁਸ਼ ਹਾਂ ਤੇ ਅਸੀਂ ਬਿਲਕੁਲ ਇਹਨਾਂ ਦੇ ਹੱਕ ਵਿੱਚ। ਕਈ ਜਗ੍ਹਾ ਤੇ ਤਾਂ ਰੇਲਵੇ ਸਟੇਸ਼ਨਾਂ ਦੇ ਉੱਪਰ ਦਿੱਲੀ ਦੇ ਵਿੱਚ ਦੇਖਿਆ ਸੀਗਾ ਕਿ ਰੇਲਵੇ ਸਟੇਸ਼ਨਾਂ ਦੇ ਉੱਪਰ ਹਾਰ ਲੈ ਕੇ, ਫੁੱਲਾਂ ਦੇ ਹਾਰ ਲੈ ਕੇ ਤੇ ਫਰੂਟ ਲੈ ਕੇ, ਦੁੱਧ ਲੈ ਕੇ ਇਸ ਤਰੀਕੇ ਦੇ ਨਾਲ ਸਵਾਗਤ ਕੀਤਾ ਗਿਆ ਉਹਨਾਂ ਦਾ। ਔਰ ਪੰਜਾਬ ਦੇ ਵਿੱਚ ਦੇਖਿਆ ਕਿ ਇੱਕ ਜਗ੍ਹਾ ਮੇਰੇ ਖਿਆਲ ਫਗਵਾੜਾ ਸ਼ਾਇਦ ਰੇਲਵੇ ਸਟੇਸ਼ਨ ਦੇ ਉੱਪਰ ਕੁਝ ਗੁਜਰਾਤੀ ਯਾਤਰੀ ਜਿਹੜੇ ਸੀ ਉਹਨਾਂ ਨੇ ਗਰਬਾ ਵੀ ਜਿਹੜਾ ਕਲਚਰ ਸੀਗਾ ਜਿਹੜਾ ਜੋ ਵੀ ਹੈਗਾ ਡਾਂਸ, ਉਹ ਗਰਬਾ ਡਾਂਸ ਵੀ ਉੱਥੇ ਕੀਤਾ ਔਰ ਉਹਨਾਂ ਨੇ ਬੜੇ ਖੁਸ਼ ਹੋਏ, ਉਹ ਸੰਤੁਸ਼ਟ ਸੀਗੇ ਮਤਲਬ ਜਿਹੜਾ ਪੰਜਾਬੀ ਲੋਕਾਂ ਦੇ ਵਤੀਰੇ ਤੋਂ। ਬਿਲਕੁਲ ਬਿਲਕੁਲ। ਤੇ ਡਾਕਟਰ ਸਾਹਿਬ, ਕੀ ਤੁਸੀਂ ਇਹ ਮੰਨ ਕੇ ਚੱਲਦੇ ਹੋ ਕਿ ਜਿਹੜੇ
ਜਿਸ ਤਰੀਕੇ ਦੇ ਨਾਲ ਰੇਲ ਰੋਕੋ ਪ੍ਰੋਗਰਾਮ ਹੋਇਆ, ਕੀਤਾ ਗਿਆ, ਸਫਲ ਰਿਹਾ, ਸ਼ਾਂਤੀਪੂਰਵਕ ਰਿਹਾ, ਕਿਤੇ ਵੀ ਹਿੰਸਕ ਘਟਨਾਵਾਂ ਦੀ ਕੋਈ ਖਬਰ ਨਹੀਂ ਆਈ। ਇਹਦੇ ਤੋਂ ਇੱਕ ਤਾਂ ਜਿਹੜਾ ਪੋਜ਼ਿਟਿਵ ਪੱਖ ਇਸ ਅੰਦੋਲਨ ਦਾ ਉੱਭਰ ਕੇ ਸਾਹਮਣੇ ਆਉਂਦਾ, ਉਹ ਤਾਂ ਜੂਨ ਤੋਂ ਲੈ ਕੇ ਟਿਲ ਡੇਟ ਤੱਕ ਸ਼ਾਂਤੀਪੂਰਵਕ ਹੀ ਰਿਹਾ, ਭਾਵੇਂ ਕਿ ਸਰਕਾਰਾਂ ਦੀ ਜਾਂ ਹੋਰ ਲੋਕਾਂ ਦੀ ਬੜੀ ਘੁਸਪੈਠ ਇਹਦੇ ਵਿੱਚ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਬਦਨਾਮ ਕਰਨਾ। ਤੇ ਕਿਤੇ ਨਾ ਕਿਤੇ ਕੁਦਰਤ ਨੇ ਵੀ ਬੜਾ ਸਾਥ ਦਿੱਤਾ। ਔਰ ਜਿਸ ਤਰੀਕੇ ਦੇ ਨਾਲ ਕੱਲ੍ਹ ਦਾ ਪ੍ਰੋਗਰਾਮ ਸਫਲ ਰਿਹਾ, ਔਰ ਇਸ ਤੋਂ ਤੁਹਾਨੂੰ ਲੱਗਦਾ ਹੈ ਕਿ ਵੀ ਪੂਰੇ ਭਾਰਤ ਦੇ ਵਿੱਚ ਇੱਕ ਮੈਸੇਜ ਗਿਆ ਕਿਸਾਨਾਂ ਦੇ ਹੱਕ ਦੇ ਵਿੱਚ, ਉਹ ਇੱਕ ਆਪਣਾ ਢੰਗ ਤਰੀਕਾ ਸੀਗਾ ਰੇਲਾਂ ਰੋਕ ਕੇ ਯਾਤਰੂਆਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣਾ। ਹੁਣ ਉਹ ਜਿਹੜੇ ਯਾਤਰੂ ਆਏ ਵੱਖ-ਵੱਖ ਸਟੇਟਾਂ ਤੋਂ ਆਏ ਨੇ, ਉਹ ਆਪਣੇ ਸਟੇਟਾਂ ਨੂੰ ਸਟੇਟਸ ਨੂੰ ਇਹਨਾਂ ਦਾ ਮੈਸੇਜ ਜਾ ਕੇ ਕਨਵੇ ਕਰਨਗੇ ਕਿ ਵੀ ਉਹਨਾਂ ਦੀਆਂ ਤਕਲੀਫਾਂ ਕੀ ਨੇ। ਤੁਹਾਨੂੰ ਕੀ ਲੱਗਦਾ? ਦੇਖੋ ਨਾ, ਕਿੱਥੇ ਤਾਂ ਇਹਨਾਂ ਲੋਕਾਂ ਨੇ ਉਹਨਾਂ ਸੂਬਿਆਂ ਦੇ ਵਿੱਚ ਖੁਦ ਜਾ ਕੇ ਆਪਣੀਆਂ ਸਮੱਸਿਆਵਾਂ ਦਾ ਪ੍ਰਚਾਰ ਕਰਨਾ ਸੀ ਕਿ ਅਸੀਂ ਇਸ ਗੱਲੋਂ ਦੁਖੀ ਹਾਂ, ਲੇਕਿਨ ਹੁਣ ਇੱਕਦਮ ਇਹਨਾਂ 4 ਘੰਟਿਆਂ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਜਿੰਨੇ ਲੋਕ ਆਏ, ਉਹਨਾਂ ਲੋਕਾਂ ਨੂੰ ਇਹਨਾਂ ਕਿਸਾਨਾਂ ਨੇ ਜਾ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ, ਤੇ ਉਹਨਾਂ 4 ਘੰਟਿਆਂ ਦੇ ਵਿੱਚ ਇਹ ਲੋਕ ਕਿੰਨੇ ਸੂਬਿਆਂ ਤੱਕ ਪਹੁੰਚ ਕਰ ਗਏ। ਠੀਕ ਹੈ ਨਾ? ਤਾਂ ਸੋ ਜਿੱਥੇ 1 ਮਹੀਨੇ 2 ਮਹੀਨੇ ਦਾ ਪ੍ਰੋਗਰਾਮ ਲੱਗਣਾ ਸੀ ਇਹਨਾਂ ਨੂੰ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਆਪਣੀ ਗੱਲ ਕਹਿੰਦੇ, ਉੱਥੇ ਇਹਨਾਂ ਨੇ 4 ਘੰਟਿਆਂ ਦੇ ਵਿੱਚ ਉਹ ਸਾਰੇ ਸੂਬੇ ਕਵਰ ਕਰ ਲਏ। ਤਾਂ ਇੱਕ ਬਹੁਤ ਹੀ ਵਿਲੱਖਣ ਅੰਦਾਜ਼ ਸੀ ਇਹਨਾਂ ਦਾ, ਔਰ ਮੈਂ ਕਹਿੰਦੀ ਹਾਂ ਕਿ ਬਹੁਤ ਦੂਰਦਰਸ਼ੀ ਸੋਚ ਸੀ ਆਗੂਆਂ ਦੀ, ਜਿਹੜੀ ਇਹਨਾਂ ਨੇ ਇਸ 4 ਘੰਟੇ ਦੇ ਵਿੱਚ ਪੂਰੀ ਕਰ ਦਿਖਾਈ। ਹਾਂ, ਅਕਸਰ ਹੀ ਦੇਖਣ ਨੂੰ ਮਿਲਦਾ ਸੀਗਾ ਕਿ ਜਦੋਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਸੀ, ਪੱਥਰਬਾਜ਼ੀ ਵੀ ਹੋ ਜਾਂਦੀ ਸੀ, ਹਿੰਸਕ ਘਟਨਾਵਾਂ ਵੀ, ਜਿਹੜੇ ਯਾਤਰੂ ਹੁੰਦੇ ਸੀਗੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਕੋਈ ਨੁਕਸਾਨ ਹੋ ਜਾਂਦਾ ਸੀਗਾ। ਪਰ ਇਸ ਵਾਰ ਇੱਕ ਬਹੁਤ ਹੀ ਕਮਾਲ ਦੀ ਚੀਜ਼, ਖੂਬਸੂਰਤੀ ਕਹਿ ਸਕਦੇ ਆ ਕਿ ਉਹਨਾਂ ਪਲਾਂ ਦੀ ਸੀਗੀ ਜਦੋਂ ਉਹਨਾਂ ਨੂੰ ਰੋਕ ਕੇ ਉਤਾਰ ਕੇ ਜਿਹੜਾ ਸੀਗਾ ਦੁੱਧ ਪਿਲਾਇਆ ਗਿਆ, ਚਾਹ ਪਿਲਾਈ ਗਈ, ਲੰਗਰ ਛਕਾਏ ਗਏ, ਦੁੱਧ ਛਕਾਇਆ ਗਿਆ, ਈਵਨ ਜਿਨ ਜ਼ਰੂਰਤਮੰਦਾਂ ਨੂੰ ਦਵਾਈਆਂ ਤੱਕ ਦਿੱਤੀਆਂ ਗਈਆਂ, ਔਰ ਉਹਨਾਂ ਲੋਕਾਂ ਤੇ ਫੁੱਲ ਬਰਸਾਏ ਗਏ, ਟ੍ਰੇਨਾਂ ਦੇ ਵੀ ਫੁੱਲ ਬਰਸਾਏ ਗਏ। ਹਾਂ, ਇਸ ਤੋਂ ਵੱਡੀ ਖੂਬਸੂਰਤੀ ਮੈਂ ਸੋਚਦੀ ਨਹੀਂ ਹੋ ਸਕਦੀ। ਮੈਂ ਇਹ ਵੀ ਆਪਾਂ ਦੇਖ ਸਕਦੇ ਹਾਂ ਕਿ ਪੂਰੇ ਵਿਸ਼ਵ ਦੇ ਵਿੱਚ ਇਸ ਤਰੀਕੇ ਦਾ ਕਦੇ ਕੋਈ ਅੰਦੋਲਨ ਜਾਂ ਕਦੇ ਕੋਈ ਪ੍ਰਦਰਸ਼ਨ ਨਹੀਂ ਅਸੀਂ ਦੇਖਿਆ ਫਿਲਹਾਲ ਅੱਜ ਦੇ ਇਸ ਡੇਟ ਤੱਕ। ਇੱਕ ਬੜਾ ਕਮਾਲ ਦਾ ਸੀ, ਇੱਕ ਵਿਲੱਖਣ ਇਤਿਹਾਸ ਰਚ ਦੇਣ ਵਾਲਾ ਜਿਹੜਾ ਉਹ ਸਮਾਂ ਸੀਗਾ। ਸੋ ਇਹਦੇ ਲਈ ਜਿਹੜੇ ਸਾਡੇ ਕਿਸਾਨ ਜਥੇਬੰਦੀਆਂ ਉਹ ਵਧਾਈ ਦੇ ਪਾਤਰ ਨੇ, ਤੇ ਆਮ ਲੋਕ ਵੀ ਜਿਨ੍ਹਾਂ ਨੇ ਇਹਦੇ ਵਿੱਚ ਜਿਹੜਾ ਆਪਣਾ ਹਿੱਸਾ ਪਾਇਆ, ਯੋਗਦਾਨ ਪਾਇਆ, ਉਹਨਾਂ ਨੂੰ ਵੀ ਸਲੂਟ ਕਰਨਾ ਬਣਦਾ, ਔਰ ਯਾਤਰੀਆਂ ਨੂੰ ਵੀ ਸਲੂਟ ਕਰਨੀ ਬਣਦੀ ਜਿਨ੍ਹਾਂ ਨੇ ਸਹਿਯੋਗ ਦਿੱਤਾ, ਔਰ ਜਿਨ੍ਹਾਂ ਨੇ ਇਹ ਨਹੀਂ ਕਿਹਾ ਕਿ ਸਾਨੂੰ ਦਿੱਕਤ ਆਈ, ਅਸੀਂ ਇੰਨੇ ਦੇਰ ਦੇ ਫਸੇ ਬੈਠੇ ਹਾਂ, ਤੇ ਉਹਨਾਂ ਦਾ ਵੀ ਸਾਨੂੰ ਧੰਨਵਾਦ ਕਰਨਾ ਬਣਦਾ ਜਿਨ੍ਹਾਂ ਨੇ ਸਾਡੀਆਂ ਸਮੱਸਿਆਵਾਂ ਨੂੰ ਸਮਝਿਆ। ਬਿਲਕੁਲ, ਕੁੱਲ ਮਿਲਾ ਕੇ ਸਾਰੇ ਉਹਨਾਂ ਲੋਕਾਂ ਦਾ ਬਹੁਤ ਸ਼ੁਕਰੀਆ ਅਦਾ ਹੈ ਕਿ ਜਿਨ੍ਹਾਂ ਨੇ ਇਹਨੂੰ ਸਫਲ ਬਣਾਉਣ ਦੇ ਵਿੱਚ ਆਪਣਾ ਕਿਸੇ ਨਾ ਕਿਸੇ ਤਰੀਕੇ ਬਣਦਾ ਹਿੱਸਾ ਪਾਇਆ, ਚਾਹੇ ਕਿਸੇ ਵੀ ਸਟੇਟ ਤੋਂ ਸੀਗੇ, ਕਿਸੇ ਵੀ ਤਰ੍ਹਾਂ ਦਾ ਉਹਨਾਂ ਦਾ ਯੋਗਦਾਨ ਸੀਗਾ, ਚਾਹੇ ਉਹ ਯਾਤਰੂ ਬਣ ਕੇ ਆਏ ਤੇ ਚਾਹੇ ਅੱਗੇ ਯਾਤਰੂਆਂ ਨੂੰ ਸੰਭਾਲਣ ਵਾਲੇ, ਉਹਨਾਂ ਦੀ ਸੇਵਾ ਕਰਨ ਵਾਲੇ ਹੋਏ। ਸੋ ਅਗਲਾ ਆਪਾਂ ਲੈਂਦੇ ਕਿ ਇਹ ਮੁੱਦਾ ਹੈਗਾ ਡਾਕਟਰ ਸਾਹਿਬ, ਪਿਛਲੇ ਦਿਨੀ ਅਜੇ ਨਗਰ ਨਿਗਮ ਦੀਆਂ ਜਿਹੜੀਆਂ ਤੇ ਪੰਚਾਇਤੀ ਚੋਣਾਂ ਕੁਝ ਹਿੱਸਿਆਂ ਦੇ ਵਿੱਚ ਹੋ ਕੇ ਹਟੀਆਂ ਪੰਜਾਬ ਦੇ, ਤੇ ਕਾਂਗਰਸ ਦੀ ਜਿੱਤ ਦੇ ਕੀ ਮਾਇਨੇ ਤੁਸੀਂ ਸਮਝਦੇ ਹੋ? ਦੇਖੋ ਪਰਮਵੀਰ, ਕਾਂਗਰਸ ਦੀ ਜਿੱਤ ਜਿੱਥੋਂ ਤੱਕ ਮਾਇਨੇ ਰੱਖਦੀ ਆ, ਮੈਂ ਸਮਝਦੀ ਹਾਂ ਕਿ ਹਰੇਕ ਵਾਰ ਜਦੋਂ ਵੀ ਕਿਸੇ ਸਟੇਟ ਦੇ ਵਿੱਚ ਸਥਾਨਕ ਸਰਕਾਰ ਚੁਣੀ ਜਾਂਦੀ ਹੈ, ਇਸ ਤਰ੍ਹਾਂ ਨਗਰ ਨਿਗਮ ਜਾਂ ਨਗਰ ਪੰਚਾਇਤਾਂ ਦੀਆਂ ਚੋਣਾਂ ਹੁੰਦੀਆਂ, ਤੇ ਉੱਥੇ ਬਾਕਾਇਦਗੀ ਦੇ ਨਾਲ ਹਰ ਵਾਰ ਜਿਹੜੀ ਸੱਤਾਧਾਰੀ ਧਿਰ ਹੁੰਦੀ ਹੈ ਉਹਨੂੰ ਹਮੇਸ਼ਾ ਫਾਇਦਾ ਮਿਲਦਾ, ਕਿਉਂਕਿ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਉਹਨੇ ਵਿਕਾਸ ਕਿੰਨਾ ਕੀਤਾ, ਬਲਕਿ ਉਹਦੇ ਕੋਲ ਸਾਧਨ ਬਹੁਤ ਹੁੰਦੇ ਹਨ, ਸੋਰਸਿਸ ਜ਼ਿਆਦਾ ਹੁੰਦੇ। ਜਿਹੜੀਆਂ ਆਮ ਪਾਰਟੀਆਂ ਵੱਖਰੀਆਂ, ਜਿਹੜੀਆਂ ਉਹਦੀਆਂ ਵਿਰੋਧੀ ਪਾਰਟੀਆਂ ਹੁੰਦੀਆਂ, ਉਹਨਾਂ ਕੋਲ ਉਹ ਸਾਧਨ ਨਹੀਂ ਹੁੰਦੇ। ਤਾਂ ਇਸ ਦੇ ਕਾਰਨ ਅਸੀਂ ਕਹਿ ਸਕਦੇ ਹਾਂ ਕਿ ਸੱਤਾਧਾਰੀ ਧਿਰ ਨੇ ਜਿਹੜੀ ਵੀ ਮਾਰਕਾ ਮਾਰਿਆ, ਜਿਹੜਾ ਵੀ, ਉਹਨੂੰ ਅਸੀਂ ਉਹਦਾ ਵਿਕਾਸ ਦਾ ਫਲ ਨਹੀਂ ਕਹਿ ਸਕਦੇ, ਕਿਉਂਕਿ ਵਿਕਾਸ ਤਾਂ ਸਾਰਿਆਂ ਨੂੰ ਦਿਸਦਾ ਕਿੰਨਾ ਕੁ ਹੋਇਆ, ਕਿੰਨਾ ਕੁ ਨਹੀਂ। ਤੇ ਬਾਕੀ ਇਹ ਜਿਹੜੀਆਂ ਚੋਣਾਂ ਪੰਜਾਬ ਦੇ ਵਿੱਚ ਹੋਈਆਂ, ਇਹ ਪੂਰੇ ਪੰਜਾਬ ਦੀਆਂ ਫੁੱਲੀ ਚੋਣਾਂ ਨਹੀਂ ਸੀਗੀਆਂ, ਕੁਝ ਕੁ ਹਿੱਸਿਆਂ ਦੇ ਵਿੱਚ ਹੋਈਆਂ ਨੇ, ਔਰ ਕੁਝ ਕੁ ਹਿੱਸਿਆਂ ਦੇ ਵਿੱਚ ਉਹ ਚੋਣਾਂ ਹੋਣ ਕਾਰਨ ਲੋਕਾਂ ਨੇ ਆਪਣੇ ਹਿਸਾਬ ਦੇ ਨਾਲ, ਕਿਉਂਕਿ ਉਹਨਾਂ ਕੋਲ ਆਪਸ਼ਨ ਜਿਹੜੀ ਸੀ ਕੋਈ ਨਹੀਂ ਸੀ, ਇਸ ਕਰਕੇ ਉਹਨਾਂ ਨੇ ਕਦੇ ਕਾਂਗਰਸ ਨੂੰ ਪਾਤੀ ਤੇ ਕਦੇ ਅਕਾਲੀਆਂ ਨੂੰ ਪਾਤੀ, ਉਸੇ ਹਿਸਾਬ ਦੇ ਨਾਲ ਉਹ ਹੁਣ ਭੁਗਤੇ ਨੇ। ਤੁਹਾਨੂੰ ਲੱਗਦਾ ਕਿ
ਜਿਹੜੇ ਬੀਜੇਪੀ ਆ, ਬੀਜੇਪੀ ਦਾ ਤਾਂ ਵੈਸੇ ਸੁਪੜਾ ਸਾਫ਼ ਕਿਹਾ ਜਾਂਦਾ, ਲੋਕ ਕਹਿੰਦੇ ਨੇ ਵੀ ਬੀਜੇਪੀ ਦਾ ਤਾਂ ਸੁਪੜਾ ਹੀ ਸਾਫ਼ ਹੋ ਗਿਆ ਪੰਜਾਬ ਦੇ ਵਿੱਚੋਂ, ਜਿਵੇਂ ਕਿ ਉਹਨਾਂ ਨੂੰ ਇੱਕਾ ਦੁੱਕਾ ਮੇਰੇ ਖਿਆਲ ਸੀਟ ਮਿਲੀ ਹਾਂ, ਹੈ, ਖਾਸ ਕਰਕੇ ਮਾਲਵਾ ਬੈਲਟ ਦੇ ਵਿੱਚ ਤਾਂ ਉਹਨਾਂ ਦੀ ਬਿਲਕੁਲ ਹੀ ਕੋਈ ਸੀਟ ਨਹੀਂ ਆਈ। ਸੀਟ ਨਹੀਂ ਆਈ। ਬਾਕੀ ਥਾਂ ਤੇ ਜਿੱਥੇ ਥੋੜੀਆਂ ਬਹੁਤ 1-2 ਸੀਟਾਂ ਉਹਨਾਂ ਨੂੰ ਮਿਲੀਆਂ ਵੀ ਨੇ, ਤਾਂ ਉਹਨਾਂ ਦੇ ਵਿੱਚ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਹੜਾ ਉਹ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸੀ, ਪੂਰਾ ਸਰਕਾਰ ਹੀ ਆਪਣੇ ਬਲਬੂਤੇ ਤੇ ਬਣਾਉਣਾ ਚਾਹੁੰਦੇ ਸੀ, ਉਹਦੇ ਵਿੱਚ ਉਹਨਾਂ ਦੀ ਇਹ ਮਨਸ਼ਾ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ। ਕਾਰਨ ਇਹ ਹੈ ਕਿ ਇੱਕ ਤਾਂ ਉਹ ਭਾਵੇਂ ਮੰਨਣ ਨਾ ਮੰਨਣ, ਇਹਦੇ ਵਿੱਚ ਜਿਹੜਾ ਉਹਨਾਂ ਨੇ ਕਿਸਾਨਾਂ ਨਾਲ ਪੰਗਾ ਪਾਇਆ ਹੋਇਆ, ਇਹ ਕਿਸਾਨਾਂ ਨਾਲ ਜਿਹੜੀ ਇਹ ਗੱਲ ਚੱਲ ਰਹੀ ਹੈ, ਕਿਸਾਨਾਂ ਦੇ ਨਾਲ ਜੋ ਅੜਚਣਾਂ ਆ ਰਹੀਆਂ, ਕਿਸਾਨ ਇਸ ਮੈਂਟੈਲਿਟੀ ਨੂੰ ਲੈ ਕੇ ਚੱਲ ਰਹੇ ਆ ਕਿ ਭਾਜਪਾ ਸਾਡੇ ਹੱਕ ਦੇ ਵਿੱਚ ਨਹੀਂ ਹੋ ਵੀ ਨਹੀਂ ਸਕਦੀ, ਹੋ ਨਹੀਂ ਸਕਦੀ। ਔਰ ਜੇ ਕਿਸਾਨ ਅੰਦੋਲਨ ਨਾ ਵੀ ਹੁੰਦਾ ਤਾਂ ਵੀ ਮੈਂ ਤਾਂ ਇਹੀ ਸਮਝਦੀ ਹਾਂ ਕਿ ਭਾਜਪਾ ਦੇ ਪੰਜਾਬ ਦੇ ਵਿੱਚ ਪੈਰ ਲੱਗਣੇ ਬਹੁਤ 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 ਜ਼ਿਆਦਾ ਮੁਸ਼ਕਲ ਨੇ। ਕਾਰਨ ਇਹ ਹੈ ਕਿ ਭਾਜਪਾ ਦੀ ਜੋ ਮਾਨਸਿਕਤਾ ਹੈ ਤੇ ਪੰਜਾਬ ਦੀ ਜੋ ਮਾਨਸਿਕਤਾ ਹੈ, ਉਹ ਬਿਲਕੁਲ ਸਿੱਕੇ ਦੇ ਦੋ ਪਹਿਲੂਆਂ ਵਰਗੀ ਹੈ, ਇੱਕ ਪਾਸੇ ਉਹ ਤੇ ਇੱਕ ਪਾਸੇ ਉਹ। ਇਸ ਕਰਕੇ ਭਾਜਪਾ ਜਿਹੜੀ ਹੈ ਉਹ ਹੁਣ ਵੀ ਹਾਸ਼ੀਏ ਤੇ ਰਹਿ ਗਈ ਹੈ, ਤੇ ਜੇ ਕਿਸਾਨ ਅੰਦੋਲਨ ਨਾ ਵੀ ਹੁੰਦਾ ਤਾਂ ਸ਼ਾਇਦ ਉਹ ਫਿਰ ਵੀ ਉਸ ਤਰੀਕੇ ਨਾਲ ਨਹੀਂ ਅੱਗੇ ਆ ਸਕਦੀ। ਕੁੱਲ ਮਿਲਾ ਕੇ ਕਿ ਬਹੁਤਾ ਆਧਾਰ ਉਹਦਾ ਫਿਰ ਵੀ ਨਜ਼ਰ ਨਹੀਂ ਸੀ ਆਉਂਦਾ ਪੰਜਾਬ ਦੇ ਵਿੱਚੋਂ, ਕਿ ਪੰਜਾਬ ਸ਼ੁਰੂ ਤੋਂ ਹੀ ਇੱਥੇ ਜਿਸ ਤਰੀਕੇ ਦੇ ਨਾਲ ਸਰਕਾਰਾਂ ਬਣਦੀਆਂ ਨੇ ਉਹ ਆਪਾਂ ਸਭ ਜਾਣਦੇ ਹਾਂ। ਦੂਸਰੀ ਗੱਲ ਇਹ ਹੈ ਕਿ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਭਾਜਪਾ ਦੀ ਗੱਲ ਕਰੀਏ, ਜਦੋਂ ਦੁਬਾਰਾ ਭਾਜਪਾ ਜਿਹੜੀ ਸੱਤਾ ਦੇ ਵਿੱਚ ਆਈ ਹੈ ਭਾਜਪਾ, ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਲੋਕ ਮਾਰੂ ਨੀਤੀਆਂ ਅਖਤਿਆਰ ਕੀਤੀਆਂ ਹੋਈਆਂ ਨੇ, ਉਹਦੇ ਚੱਲਦਿਆਂ ਹਰ ਬੰਦਾ, ਹਰ ਬਸ਼ਰ ਜਿਹੜਾ ਇਹਨਾਂ ਤੋਂ ਬਹੁਤ ਦੁਖੀ ਹੈ। ਬਾਕੀ ਜੇ ਆਪਾਂ ਦੂਜੀਆਂ ਪਾਰਟੀਆਂ ਦੀ ਗੱਲ ਕਰੀਏ, ਬਸਪਾ ਹੈ ਜਾਂ ਆਮ ਆਦਮੀ ਪਾਰਟੀ ਹੈ, ਉਹਨਾਂ ਨੇ ਵੀ ਆਪਣਾ ਆਧਾਰ ਖੋਇਆ ਹੀ ਖੋਇਆ। ਕਾਰਨ ਇਹ ਹੈ ਕਿ ਉਹਨਾਂ ਦੀ ਵੀ ਕੋਈ ਮੁੱਖ ਦੇਣ ਨਹੀਂ ਦਿਸਦੀ ਪੰਜਾਬ ਦੇ ਵਿੱਚ ਕਿ ਉਹਨਾਂ ਨੇ ਪੰਜਾਬ ਵਾਸਤੇ ਕੋਈ ਗੱਲ ਉਠਾਈ ਹੋਵੇ, ਤਾਂ ਥੋੜੇ ਬਹੁਤ ਭਾਸ਼ਣਾਂ ਨੂੰ ਛੱਡ ਕੇ ਉਹ ਕੋਈ ਵੀ ਪ੍ਰੈਕਟੀਕਲ ਕੰਮ ਪੰਜਾਬ ਵਾਸਤੇ ਨਹੀਂ ਕਰ ਸਕੀਆਂ। ਇਸ ਵਾਸਤੇ ਉਹਨਾਂ ਦਾ ਆਧਾਰ ਵੀ ਖੁਰਦਾ ਨਜ਼ਰ ਆ ਰਿਹਾ ਹੈ। ਤੇ ਜੇ ਆਪਾਂ ਕਹੀਏ ਵੀ ਕਾਂਗਰਸ ਫਾਇਦੇ 'ਚ ਰਹੀ ਹੈ ਤੇ ਅੱਗੋਂ 2022 ਦੇ ਵਿੱਚ ਵੀ ਫਾਇਦੇ 'ਚ ਰਹੂਗੀ, ਤਾਂ ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਹੋਏਗਾ, ਕਿਉਂਕਿ ਉਦੋਂ ਹੌਲੀ ਹੌਲੀ ਪੂਰੇ ਪੰਜਾਬ ਦੇ ਵਿੱਚ ਇੱਕ ਵਿਕਾਸ ਦੀ ਲਹਿਰ ਜੋ ਹੈ ਉਹਦੇ ਉੱਤੇ ਲੋਕਾਂ ਦੀ ਨਜ਼ਰ ਰਹੇਗੀ। ਕਿਉਂਕਿ ਹੁਣ ਕਿਸਾਨ ਜਿਹੜੇ ਆ ਉਹ ਇਸ ਚੀਜ਼ ਤੋਂ ਸੋਚਣ ਲੱਗ ਪਏ, ਇਸ ਪੱਖ ਤੋਂ ਸੋਚਣ ਲੱਗ ਪਏ ਹੈ ਕਿ ਕਿਹੜੀ ਪਾਰਟੀ ਉਹਨਾਂ ਦੇ ਪੱਖ 'ਚ ਕੰਮ ਕਰ ਸਕਦੀ ਹੈ, ਕਿਹੜੀ ਨਹੀਂ ਕਰ ਸਕਦੀ। ਤੇ ਹੋ ਸਕਦਾ ਹੈ ਅਨੰਦਪੁਰ ਸਾਹਿਬ ਦੇ ਨਤੀਜਿਆਂ ਨੂੰ ਦੇਖਦੇ ਹੋਏ ਕਿ ਸਾਰੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਨਤੀਜੇ ਵੀ ਆ ਸਕਦੇ। ਪਰ ਦੂਜੇ ਪਾਸੇ ਇੱਕ ਗੱਲ ਹੋਰ ਵੀ ਹੈ, ਮੇਰਾ ਇਹ ਖਦਸ਼ਾ ਸ਼ੁਰੂ ਤੋਂ ਰਿਹਾ ਜਦੋਂ ਤੋਂ ਨਾਮਜ਼ਦਗੀਆਂ ਹੋਣੀਆਂ ਸ਼ੁਰੂ ਹੋਈਆਂ ਸੀ, ਕਿ ਇਹ ਜਿਹੜੇ ਲੋਕ ਹੈਗੇ ਨੇ ਆਜ਼ਾਦ ਰੂਪ ਦੇ ਵਿੱਚ ਖੜਨੇ ਸ਼ੁਰੂ ਹੋਏ ਸੀ, ਤਾਂ ਕੋਈ ਕਾਂਗਰਸ ਤੋਂ ਟੁੱਟ ਕੇ, ਕੋਈ ਭਾਜਪਾ ਤੋਂ ਟੁੱਟ ਕੇ ਆਜ਼ਾਦ ਰੂਪ ਦੇ ਵਿੱਚ ਖੜਨੇ ਸ਼ੁਰੂ ਹੋਏ ਸੀ। ਉਹਦੇ ਪਿੱਛੇ ਕਾਰਨ ਇਹ ਸੀ ਕਿ ਭਾਜਪਾ ਨੂੰ ਲੋਕ ਮੂੰਹ ਨਹੀਂ ਲਾਉਣਗੇ, ਉਹਨਾਂ ਨੂੰ ਪਤਾ ਸੀ, ਤੇ ਕਾਂਗਰਸ ਦਾ ਵੀ ਕੋਈ ਬਹੁਤਾ ਵਧੀਆ ਕੰਮ ਨਹੀਂ ਹੈ, ਇਹ ਵੀ ਉਹਨਾਂ ਨੂੰ ਪਤਾ ਸੀ। ਇਸ ਕਰਕੇ ਉਹਨਾਂ ਨੇ ਸੋਚਿਆ ਕਿ ਅਸੀਂ ਆਜ਼ਾਦ ਰੂਪ 'ਚ ਖੜੇ ਹੋਈਏ ਤੇ ਕਿਸਾਨ ਦੇ ਟਰੈਕਟਰ ਦਾ ਖਾਸ ਨਿਸ਼ਾਨ ਜਿਹੜਾ ਸਾਨੂੰ ਮਿਲੇ, ਤਾਂ ਕਿ ਅਸੀਂ ਕਿਸਾਨਾਂ ਦੇ ਹਮਾਇਤੀ ਬਣ ਕੇ ਵੋਟਾਂ ਵਟੋਰ ਸਕੀਏ। ਤੇ ਬਹੁਤੇ ਥਾਈਂ ਇਹ ਗੱਲ ਹੋਈ ਵੀ ਹੈ। ਤਾਂ ਹੁਣੇ ਅਸੀਂ ਮੇਰਾ ਇਹ ਖਦਸ਼ਾ ਸੱਚ ਹੁੰਦਾ ਨਜ਼ਰ ਆਇਆ ਜਦੋਂ ਕੱਲ ਮੋਗੇ ਦੇ ਵਿੱਚ 9 ਕਾਂਗਰਸੀ ਤੇ ਸੁਜਾਨਪੁਰ ਦੇ ਵਿੱਚ ਵੀ ਸੁਣਿਆ ਕਿ ਕੁਝ ਲੋਕ ਜਿਹੜੇ ਆ ਆਜ਼ਾਦ ਜਿਹੜੇ ਜਿੱਤੇ ਸੀ, ਉਹ 9 ਆਜ਼ਾਦ ਉਮੀਦਵਾਰ ਮੋਗੇ ਦੇ ਤੇ ਸੁਜਾਨਪੁਰ ਦੇ ਕੁਝ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਫੇਰ ਸ਼ਮੂਲੀਅਤ ਕਰ ਰਹੀ ਹੈ, ਜਿਹੜੇ ਕਾਂਗਰਸ ਤੋਂ ਟੁੱਟ ਕੇ ਆਜ਼ਾਦ ਖੜੇ ਹੋਏ ਸੀ। ਤਾਂ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਕੁਝ ਹੋਰ ਇਸ ਤਰ੍ਹਾਂ ਦੀ ਗੱਲ ਦੇਖਣ ਨੂੰ ਮਿਲੇ ਕਿ ਜਿਹੜੇ ਆਜ਼ਾਦ ਉਮੀਦਵਾਰ ਖੜੇ ਹੋਏ ਸੀ ਉਹ ਫੇਰ ਤੋਂ ਜਿਨ੍ਹਾਂ ਦੇ ਵਿਰੁੱਧ ਉਹ ਖੜੇ ਹੋਏ ਆ ਉਹਨਾਂ ਦੇ ਨਾਲ ਹੀ ਗਲਵਕੜੀ ਪਾ ਕੇ ਤੁਰਦੇ ਨਜ਼ਰ ਆਉਣ। ਬਿਲਕੁਲ ਬਿਲਕੁਲ, ਇਹ ਕਿਤੇ ਨਾ ਕਿਤੇ ਕਹਿ ਲਓ ਕਿ ਜਾਣਦੀਆਂ ਇਹ ਵੀ ਸੀ, ਚਾਹੇ ਕਾਂਗਰਸ ਪਾਰਟੀ ਹੈ ਚਾਹੇ ਉਹ ਦੂਜੀ ਚੀਜ਼ੀ ਪਾਰਟੀ ਹੈ, ਕਾਂਗਰਸ ਨੂੰ ਵੀ ਪਤਾ ਸੀਗਾ ਕਿ ਕਿੰਨਾ ਕੁ ਅਸੀਂ ਵਿਕਾਸ ਕੀਤਾ, ਜਿਹੜੇ ਮੁੱਦੇ ਲੈ ਕੇ ਅਸੀਂ ਆਏ ਸੀ, ਜਿਹੜਾ ਮੈਨੀਫੈਸਟੋ ਲੈ ਕੇ ਅਸੀਂ ਆਏ ਸੀਗੇ ਸੱਤਾ ਦੇ ਵਿੱਚ, ਉਹ ਪੂਰਾ ਕਰ ਨਹੀਂ ਪਾਏ, ਕਿਤੇ ਵੀ ਪੂਰਾ ਹੁੰਦਾ ਨਜ਼ਰ ਨਹੀਂ ਆਇਆ। ਜੇ ਆਪਾਂ ਨੌਕਰੀਆਂ ਦੀ ਗੱਲ ਲਈਏ, ਰੁਜ਼ਗਾਰ ਦੀ ਗੱਲ ਲਈਏ, ਤਾਂ ਉਹ ਕਿਤੇ ਵੀ ਸਾਨੂੰ ਉਹਦੀ ਭਰਪਾਈ ਹੋਈ ਨਜ਼ਰ ਨਹੀਂ ਆਈ ਸੀ। ਤੇ ਲੱਗਦਾ ਉਹਨੂੰ ਵੀ ਸੀਗਾ ਕਿ ਲੋਕ ਸਾਡਾ ਸਾਥ ਨਹੀਂ ਦੇਣਗੇ, ਪਰ ਉਹਨਾਂ ਨੇ ਬੜੀ ਚਲਾਕੀ ਖੇਡੀ, ਔਰ ਡਾਕਟਰ ਸਾਹਿਬ ਦੇ ਕਹਿਣ ਵਾਂਗੂ ਕਿ ਕੁੱਲ ਮਿਲਾ ਕੇ ਉਹਨਾਂ ਨੇ ਇਹ ਚਲਾਕੀ ਖੇਡੀ ਕਿ ਆਪਣੀ ਜਿਹੜੇ ਉਮੀਦਵਾਰ ਸੀਗੇ ਉਹ ਆਜ਼ਾਦਾਨਾ ਰੂਪ ਦੇ ਵਿੱਚ ਉਹਨਾਂ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ, ਤੇ ਉਹਨਾਂ ਨੂੰ ਲੋਕਾਂ ਨੇ ਜਿਹੜਾ ਆਪਣਾ ਵੋਟ ਪਾ ਕੇ ਉਹਨਾਂ ਨੂੰ ਜਿਹੜਾ ਚੁਣ ਲਿਆ ਆਪਣੇ ਉਮੀਦਵਾਰਾਂ ਨੂੰ। ਤੇ ਬਾਅਦ ਦੇ ਵਿੱਚ ਉਹ ਕਿਉਂਕਿ ਆਲਰੇਡੀ ਉਹ ਪਹਿਲਾਂ ਹੈ ਹੀ ਉਹਨਾਂ ਦੇ ਸੀਗੇ, ਤੇ ਫਿਰ ਉਹ ਉਹਨਾਂ ਦੇ ਨਾਲ ਜਾ ਰਹੇ। ਇੱਕ ਤਰ੍ਹਾਂ ਨਾਲ ਇਹ
ਲੋਕਾਂ ਦੇ ਨਾਲ ਧੋਖਾ ਵੀ ਕਿਹਾ ਜਾ ਲੋਕਾਂ ਦੀ ਸਕਦਾ। ਪਿੱਠ 'ਚ ਛੁਰਾ ਵੱਜਿਆ ਬਿਲਕੁਲ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਜਜਪਾ ਨੇ ਕੀਤਾ। ਜਜਪਾ ਨੇ ਭਾਜਪਾ ਦੇ ਵਿਰੁੱਧ ਵੋਟਾਂ ਲਈਆਂ ਤੇ ਫਿਰ ਜਜਪਾ ਜਿਹੜੀ ਹੈ ਭਾਜਪਾ ਦੀ ਗੋਦ 'ਚ ਜਾ ਕੇ ਜਾਵੇ। ਚਲੋ ਖੈਰ ਕੋਈ ਗੱਲ ਨਹੀਂ ਡਾਕਟਰ ਸਾਹਿਬ, ਮੈਨੂੰ ਲੱਗਦਾ ਕਿ ਸਾਨੂੰ ਜਿਹੜੀ ਆਸ ਨਹੀਂ ਛੱਡਣੀ ਚਾਹੀਦੀ 2022 ਦੀ, ਕਿਉਂਕਿ ਇਹ ਵੀ ਪਤਾ ਲੱਗ ਗਿਆ ਕਿ ਆਜ਼ਾਦ ਉਮੀਦਵਾਰ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰ ਸਕਦੇ ਨੇ। ਖਾਸ ਕਰ ਸਾਡੇ ਲੋਕਾਂ ਨੂੰ ਹੁਣ ਜਾਗਰੂਕ ਹੋਣਾ ਪਏਗਾ, ਉਹਨਾਂ ਨੂੰ ਇਹ ਸੋਚਣਾ ਪਏਗਾ ਵੀ ਜਦੋਂ ਵੀ ਤੁਸੀਂ ਕੋਈ ਉਮੀਦਵਾਰ ਜਿਹੜਾ ਹੈਗਾ ਚੁਣਨਾ ਤੇ ਉਹਨੂੰ ਉਹ ਦੇਖੋ ਵੀ ਉਹਦਾ ਕੋਈ ਕਿਸੇ ਸਿਆਸੀ ਪਾਰਟੀ ਦੇ ਨਾਲ ਕਿੰਨਾ ਕੁ ਸੰਬੰਧ ਹੈ, ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ, ਔਰ ਮੌਕੇ ਦਾ ਫਾਇਦਾ ਉਠਾਉਣ ਦੇ ਲਈ ਉਹਨੇ ਪਾਰਟੀ ਦੀ ਜਿਹੜਾ ਸਿੰਬਲ ਉਹਦੇ ਟਿਕਟ ਨਾ ਲੈ ਕੇ ਪਿਛੋਕੜ ਪੂਰੀ ਤਰ੍ਹਾਂ ਖੰਗਾਲਣਾ ਪਏਗਾ। ਬਿਲਕੁਲ ਪਿਛੋਕੜ ਪੂਰੀ ਤਰ੍ਹਾਂ ਖੰਗਾਲਣਾ ਪਏਗਾ ਹਰ ਇੱਕ ਉਮੀਦਵਾਰ ਦਾ, ਤੇ ਬਿਲਕੁਲ ਉਹਨੂੰ ਪੁਣਨਾ ਛਾਣਨਾ ਪਏਗਾ ਕਿ ਉਹਦੀ ਵਿਚਾਰਧਾਰਾ ਕੀ ਹੈ, ਉਹ ਕਿੱਥੇ ਖੜਾ, ਉਹ ਕੀ ਕਰ ਸਕਦਾ ਹੈ। ਸੋ ਹਰ ਇੱਕ ਤਰੀਕੇ ਨਾਲ ਸੁਚੇਤ ਰਹਿ ਕੇ ਪੰਜਾਬੀਆਂ ਨੂੰ ਚੱਲਣਾ। ਜਿਵੇਂ ਅੱਜ ਵੀ ਅਸੀਂ ਉਹਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਦਿੱਲੀ ਦੇ ਵਿੱਚ, ਤੇ ਜਦੋਂ ਅਸੀਂ ਕਹਿੰਦੇ ਕਿ ਵੀ ਕਿਸੇ ਸਿਆਸੀ ਬੰਦੇ ਦੀ ਐਂਟਰੀ ਤੇ ਰੋਕ ਲਾਉਣੀ ਚਾਹੀਦੀ ਉਹਦੇ ਵਿੱਚ, ਤੇ ਕੁਝ ਬੰਦੇ ਕਹਿ ਦਿੰਦੇ ਨੇ ਕਿ ਨਹੀਂ ਜੀ, ਜੇਕਰ ਉਹ ਆਪਣੀ ਪਾਰਟੀ ਦਾ ਝੰਡਾ ਛੱਡ ਕੇ ਆਉਂਦਾ ਹੈ, ਜੇਕਰ ਉਹ ਸਿਰਫ ਤੇ ਸਿਰਫ ਕਿਸਾਨ ਬਣ ਕੇ ਆਉਂਦਾ ਤਾਂ ਉਹਨੂੰ ਆ ਲੈਣ ਦੇਣਾ ਚਾਹੀਦਾ, ਉਹਨੂੰ ਸਟੇਜ ਤੇ ਵੀ ਬੋਲ ਦੇਣਾ ਚਾਹੀਦਾ। ਪਰ ਦੇਖੋ ਕਿਤੇ ਇਹੀ ਹਾਲ ਨਾ ਹੋ ਜੇ ਕਿ ਵੀ ਜਿਵੇਂ ਉਹ ਆਪਣੀ ਪਾਰਟੀ ਦਾ ਜਿਹੜਾ ਸੀਗਾ ਆਪਣਾ ਚੋਣ ਨਿਸ਼ਾਨ ਛੱਡ ਕੇ ਤੇ ਆਜ਼ਾਦਾਨਾ ਤੌਰ ਤੇ ਖੜ ਕੇ, ਪਰ ਪਿੱਛੇ ਉਹਨਾਂ ਦੇ ਕਨੈਕਸ਼ਨ ਜਿਹੜਾ ਸੀਗਾ ਉਹ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ ਸੀ। ਜਿਵੇਂ ਹੁਣ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਕਾਂਗਰਸ ਪਾਰਟੀ ਦੇ ਕੁਝ ਲੋਕ ਜਿਹੜੇ ਸੀਗੇ ਉਮੀਦਵਾਰ ਆਜ਼ਾਦ ਜਿਹੜੇ ਉਮੀਦਵਾਰ ਵਜੋਂ ਉਹਨਾਂ ਨੇ ਇਲੈਕਸ਼ਨ ਤਾਂ ਜਿੱਤ ਲਏ, ਚੋਣ ਤਾਂ ਲੜਦੇ ਜਿੱਤ ਲਏ, ਔਰ ਫਿਰ ਜਿਹੜਾ ਹੈਗਾ ਉਹ ਸੱਤਾ ਦੇ ਵਿੱਚ ਆ ਕੇ ਆਪਣੀ ਪਾਰਟੀ ਨੂੰ ਜਾ ਜੱਫੀਆਂ ਪਾਈਆਂ, ਕਾਂਗਰਸ ਦੇ ਨਾਲ ਰਲ ਗਏ। ਪਿੱਛੇ ਤੁਹਾਨੂੰ ਇੱਕ ਉਦਾਹਰਨ ਦਿੱਤੀ ਸੀ ਪਹਿਲਾਂ, ਇੱਕ ਜਦੋਂ ਆਪਾਂ ਡਿਬੇਟ ਕੀਤੀ ਸੀ ਉਹਦੇ ਵਿੱਚ, ਕਿ ਕਾਂਗਰਸ ਦੇ ਵਿਧਾਇਕ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਨੇ ਆਪਣੇ ਇੱਕ ਨਿੱਜੀ ਫੰਕਸ਼ਨ ਦੇ ਵਿੱਚ ਬੀਜੇਪੀ, ਅਕਾਲੀ ਦਲ, ਸਾਰੀਆਂ ਪਾਰਟੀਆਂ ਦੇ ਜਿਹੜੇ ਸਾਬਕਾ ਮੰਤਰੀ ਸੀ ਔਰ ਉਹਨਾਂ ਨੂੰ ਉਹ ਬੁਲਾਇਆ, ਔਰ ਉਹਦੇ ਵਿੱਚ ਸ਼ਮੂਲੀਅਤ ਸੀਗੀ, ਉਹਨਾਂ ਨੇ ਪੂਰੀ ਤਰ੍ਹਾਂ ਹਰ ਪਾਰਟੀ ਦਾ ਬੰਦਾ ਉਹਦੇ ਵਿੱਚ ਸੀਗਾ। ਸੋ ਇਸ ਕਰਕੇ ਜਦੋਂ ਇਲੈਕਸ਼ਨ ਹੁੰਦੇ ਆ ਉਦੋਂ ਤੁਹਾਨੂੰ ਭਰਾਵੋ ਇਹਨਾਂ ਨੇ ਲੜਾ ਦੇਣਾ। ਸੋ ਹੁਣ ਤੁਸੀਂ ਸੋਚਣਾ ਹੈ ਕਿ ਉਸ ਵਿਧਾਇਕ ਨੂੰ ਅੱਗੇ ਤੋਂ ਤੁਸੀਂ ਚੁਣਨਾ ਹੈ ਜਾਂ ਨਹੀਂ ਚੁਣਨਾ, ਇਹ ਤੁਹਾਡੇ ਤੇ ਡਿਪੈਂਡ ਕਰਦਾ, ਕਿਉਂਕਿ ਉਹ ਆਪਸ ਵਿੱਚ ਇੱਕ ਨੇ ਉਹ ਬੀਜੇਪੀ ਨਾਲ ਹੀ ਹੱਥ ਮਿਲਾ ਚੁੱਕੇ ਨੇ, ਉਹ ਕਾਂਗਰਸ ਦੇ ਵੀ ਹੈ ਕਾਂਗਰਸ ਦੇ ਵੈਸੇ ਉਹ, ਤੇ ਉਹ ਸਾਰੀਆਂ ਪਾਰਟੀਆਂ ਦੇ ਨਾਲ ਹੱਥ ਮਿਲਾ ਚੁੱਕੇ ਨੇ। ਇਸ ਕਰਕੇ ਤੁਸੀਂ ਹੁਣ ਸੋਚੋ, ਕਿਉਂਕਿ ਉਹਨਾਂ ਦੀ ਮਨਸ਼ਾ ਪਤਾ ਕੀ ਹੈ ਪਰਮਵੀਰ ਜੀ, ਉਹਨਾਂ ਦੀ ਮਨਸ਼ਾ ਇਹ ਹੈ ਕਿ ਫਿਲਹਾਲ ਮੈਂ ਕਾਂਗਰਸ ਦੇ ਵਿੱਚ ਹਾਂ, ਲੇਕਿਨ ਜੇ ਕਾਂਗਰਸ ਦਾ ਪਰੜਾ ਥੱਲੇ ਨਾ ਝੁਕਿਆ, ਮਤਲਬ ਕਾਂਗਰਸ ਦੇ ਆਉਣ ਦੇ ਆਸਾਰ ਨਾ ਨਜ਼ਰ ਆਉਂਦੇ ਹੋਣ, ਤਾਂ ਫਿਰ ਜਿਹੜੀ ਪਾਰਟੀ ਦੇ ਆਸਾਰ ਨਜ਼ਰ ਆਉਣ, ਮੈਂ ਉਸ ਪਾਰਟੀ ਦੇ ਨਾਲ ਜਾ ਹੱਥ ਮਿਲਾਵਾਂ। ਇਸ ਕਰਕੇ ਉਹਨਾਂ ਨੇ ਹਰੇਕ ਨਾਲ ਰਾਬਤਾ ਬਣਾ ਕੇ ਰੱਖਿਆ ਹੋਇਆ, ਤੇ ਚਾਹੇ ਉਹ ਕਿੰਨੀ ਵੀ ਵਿਚਾਰਾਂ ਤੋਂ ਘਿਰੀ ਹੋਈ ਪਾਰਟੀ ਹੈ, ਚਾਹੇ ਲੋਕ ਉਹਨੂੰ ਚੰਗਾ ਨਹੀਂ ਸਮਝਦੇ, ਪਰ ਉਸ ਵਿਧਾਇਕ ਦੇ ਦਿਮਾਗ ਦੇ ਵਿੱਚ ਇੱਕ ਗੱਲ ਬੈਠੀ ਹੋਈ ਹੈ ਕਿ ਜਿਹੜੀ ਪਾਰਟੀ ਦਾ ਪਲੜਾ ਭਾਰੀ ਹੋਏਗਾ ਮੈਂ ਉਧਰ ਨੂੰ ਜਾਣ ਦੇ ਸਮਰੱਥ ਹੋ ਸਕਾਂ। ਇਸ ਕਰਕੇ ਮੈਂ ਕਿਸੇ ਨਾਲ ਵੀ ਗਿਲਾ ਨਹੀਂ ਕਰਨਾ, ਮੈਂ ਹਰੇਕ ਨੂੰ ਆਪਣੇ ਹੱਥ 'ਚ ਰੱਖਣਾ। ਇਸ ਦੇ ਚੱਲਦੇ ਡਾਕਟਰ ਸਾਹਿਬ ਮੇਰਾ ਤਾਂ ਬਿਲਕੁਲ ਸਿਆਸੀ ਜਿਹੜੇ ਬੰਦੇ ਹੈਗੇ ਉਹਨਾਂ ਤੋਂ ਵਿਸ਼ਵਾਸ ਹੈ। ਤਾਂ ਹੀ ਕਿਹਾ ਗਿਆ ਕਿ ਸਿਆਸਤ ਇੱਕ ਗੰਦੀ ਖੇਡ ਇਸੇ ਲਈ ਕਹੀ ਗਈ ਹੈ ਕਿ ਇਹਦੇ ਵਿੱਚ ਲੋਕ ਸਕੇ ਬਾਪ ਦੇ ਵੀ ਨਹੀਂ ਬਣਦੇ। ਉਹ ਕਹਿੰਦੇ ਨਾ ਵੀ ਇੱਕ ਕਹਾਵਤ ਹੈ ਕਿ ਇੱਕ ਬੇਟਾ ਆਪਣੇ ਬਾਪ ਨੂੰ ਕਹਿੰਦਾ ਵੀ ਮੈਨੂੰ ਵੀ ਸਿਆਸਤ ਦੇ ਗੁਣ ਸਿਖਾ ਦਿਓ, ਉਹ ਕਹਿੰਦੇ ਸਿਖਾ ਦਿੰਦੇ ਆ। ਉਹ ਕਹਿੰਦਾ ਪੌੜੀ ਲਾਈ ਤੋਂ ਕਹਿੰਦਾ ਚੜ ਜਾ ਪੁੱਤ ਕੋਠੇ ਤੇ, ਜਦੋਂ ਚੜ ਗਿਆ ਤੇ ਹੇਠੋਂ ਉਹਨੇ ਪੌੜੀ ਖਿੱਚ ਦਿੱਤੀ, ਉਹ ਧਰਮ ਥੱਲੇ ਡਿੱਗਿਆ। ਉਹ ਕਹਿੰਦਾ ਕਿ ਇਹ ਤੁਸੀਂ ਕੀ ਕੀਤਾ, ਵੀ ਮੈਂ ਤਾਂ ਤੁਹਾਨੂੰ ਸਿਆਸਤ ਦੇ ਗੁਣ ਸਿਖਾਉਣ ਲਈ ਕਿਹਾ ਸੀ, ਤੁਸੀਂ ਤਾਂ ਮੇਰਾ ਲੱਕ ਹੀ ਤੋੜਤਾ। ਕਹਿੰਦੇ ਬਸ ਇਹੀ ਸਿਆਸਤ ਆ, ਵੀ ਸਿਆਸਤ ਦੇ ਵਿੱਚ ਬਾਪ ਬੇਟੇ ਦਾ ਨਹੀਂ ਤੇ ਬੇਟਾ ਬਾਪ ਦਾ ਨਹੀਂ, ਤੇ ਨਾਗਰਿਕ ਕੀ ਲੱਗਦੇ, ਇੱਕ ਵਿਧਾਇਕ ਦੇ ਜਿਹੜੇ ਵੋਟਰ ਨੇ ਉਹ ਉਹਦੇ ਕੀ ਲੱਗਦੇ ਨੇ, ਉਹ ਮੌਕਾ ਪ੍ਰਸਤ ਹੁੰਦਾ ਹੈ ਔਰ ਬਿੱਲੀ ਥੈਲਿਓ ਬਾਹਰ ਆ ਜਾਂਦੀ ਹੈ। ਸੋ ਬਾਰ-ਬਾਰ ਕਿਉਂਕਿ ਲੋਕਾਂ ਤੋਂ ਗੱਲਾਂ ਸੁਣਨੀਆਂ ਪੈਂਦੀਆਂ ਕਿ ਤੁਸੀਂ ਕਿਤੇ ਨਾ ਕਿਤੇ ਉਹਨਾਂ ਦੀ ਸਪੋਰਟ ਕੀਤੀ ਸੀ, ਤੇ ਹੁਣ ਤੁਸੀਂ ਦੇਖਣਾ ਹੈਗਾ। ਅਸੀਂ ਅੱਗੇ ਤੋਂ ਕਦੇ ਵੀ ਕਿਸੇ ਦੀ ਸਪੋਰਟ ਕਰਨ ਲਈ ਨਹੀਂ ਕਹਾਂਗੇ, ਲੇਕਿਨ ਤੁਸੀਂ ਖੁਦ ਸੋਚਣਾ ਜਿਹੋ ਜਿਹਾ ਉਹਨੇ ਕੀਤਾ ਤੁਸੀਂ ਵੀ ਉਸੇ ਤਰ੍ਹਾਂ ਦਾ ਵਤੀਰਾ ਉਹਦੇ ਨਾਲ ਅਪਣਾ ਲਓ। ਅਸੀਂ ਤਾਂ ਇਹੀ ਕਹਿ ਸਕਦੇ ਕੁੱਲ ਮਿਲਾ ਕੇ। ਤੇ ਦੂਸਰੀ ਗੱਲ ਡਾਕਟਰ ਸਾਹਿਬ ਇਹ ਵੀ ਹੈਗੀ ਹੈ ਕਿ ਇਹਨਾਂ ਨੇ ਚਲਾਕੀ ਦੇ ਨਾਲ ਚਲੋ ਹੋਣਾ, ਇਹ ਤਾਂ ਲੋਕਲ ਬਾਡੀ ਦੇ ਇੱਕਾ ਦੁੱਕਾ ਜਿਹੜਾ ਦੇਸ਼ ਦੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਸੀਗਾ। ਤੇ ਜੇ ਕੀ ਤੁਹਾਨੂੰ ਲੱਗਦਾ ਵੀ ਕਾਂਗਰਸ ਦੀ ਚਲਾਕੀ ਅੱਗੇ ਵੀ ਚੱਲ ਸਕਦੀ ਆ? ਕੋਸ਼ਿਸ਼ ਕਰਨਗੇ ਕਿਉਂਕਿ ਹਰੇਕ ਪਾਰਟੀ ਦੀ ਕੋਸ਼ਿਸ਼ ਹੈ। ਪਹਿਲੀ ਗੱਲ ਤਾਂ ਹੁਣ ਕਿਸਾਨ ਅੰਦੋਲਨ ਦੇ ਵਿੱਚ ਹੀ ਕੱਲ ਸਾਡੇ CM ਸਾਹਿਬ ਜਾ ਕੇ
ਬੋਲਿਆ ਹੈ, ਭਾਜਪਾ ਨੂੰ ਤਿੱਖੀਆਂ ਚੇਤਾਵਨੀਆਂ ਦੇ ਆਏ ਆ, ਤੇ ਉਹ ਹੁਣ ਇਸ ਹਿਸਾਬ ਨਾਲ ਚੱਲ ਰਹੇ ਨੇ ਕਿ ਕਿਸਾਨ ਅੰਦੋਲਨ ਦਾ ਵੀ ਆਪਣੇ ਪੱਖ 'ਚ ਲਾਭ ਲਿਆ ਜਾ ਸਕਦਾ। ਹਾਂ, ਉਸ ਤੋਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਇੱਕ ਹਰਿਆਣੇ ਦੀ ਕਾਂਗਰਸ ਦੀ ਵਿਧਾਇਕ ਨਰਵਾਣਾ ਦੇ ਵਿੱਚ ਸਾਬਕਾ ਵਿਧਾਇਕ ਵਿਦਿਆ ਰਾਣੀ ਦਾ ਕੀਤਾ ਸੀ, ਉਹਨੇ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਭਾਵੇਂ ਜਿਹੜੇ ਸਾਡੇ ਕਿਸਾਨ ਜਥੇਬੰਦੀਆਂ ਨੂੰ ਸ਼ਾਇਦ ਇਸ ਤੱਕ ਅਜੇ ਪਤਾ ਨਹੀਂ ਲੱਗਿਆ ਜਾਂ ਉਹਨਾਂ ਤੱਕ ਇਹ ਗੱਲ ਨਹੀਂ, ਇੱਕਾ ਦੁੱਕਾ ਲੀਡਰਾਂ ਦੇ ਬਿਆਨ ਆਏ ਆ, ਪਰ ਜੋ ਕੁਝ ਉਹਨਾਂ ਨੂੰ ਕਰਨਾ ਚਾਹੀਦਾ ਸੀ ਉਸ ਮਾਮਲੇ 'ਚ ਅਜੇ ਉਹ ਮੈਂ ਇੱਥੇ ਥੋੜਾ ਜਿਹਾ ਤੁਹਾਡੇ ਨਾਲ ਸਹਿਮਤ ਨਹੀਂ। ਉਹ ਇਹ ਕਿ ਕਿਸਾਨ ਲੀਡਰ ਵਿਚਾਰੇ ਕਰਨ ਤਾਂ ਕਰਨ ਕੀ, ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ। ਦੇਖੋ ਨਾ, ਹੁਣ ਆਪਾਂ ਨੂੰ ਕਿੰਨੇ ਲੋਕ ਫੋਨ ਕਰਕੇ ਗੱਲ ਕਹਿੰਦੇ ਨੇ ਕਿ ਜੀ ਆਹ ਵੀ ਉਹਨਾਂ ਨੂੰ ਕਹੋ ਆਪਣੇ ਏਜੰਡੇ 'ਚ ਲੈ ਆਓ, ਆਹ ਮੁੱਦਾ ਵੀ ਆਪਣੇ ਏਜੰਡੇ 'ਚ ਲਾਓ। ਦਰਸ਼ਕੋ ਦੇਖੋ, ਹੁਣ ਮਹਿੰਗਾਈ ਦਾ ਮੁੱਦਾ ਹੈ, ਬਾਰ-ਬਾਰ ਕਈ ਦਰਸ਼ਕ ਸਾਨੂੰ ਇਹ ਗੱਲ ਕਹਿੰਦੇ ਨੇ ਕਿ ਆਫ ਦਾ ਰਿਕਾਰਡ ਫੋਨ ਕਰਕੇ, ਕਿਉਂਕਿ ਇੱਥੇ ਅਸੀਂ ਨਾ ਤਾਂ ਮਤਲਬ ਔਨ ਦਾ ਰਿਕਾਰਡ ਕਿਸੇ ਦੀ ਗੱਲ ਸੁਣਾ ਸਕਦੇ ਹਾਂ। ਉਹ ਕਹਿੰਦੇ ਨੇ ਕਿ ਤੁਸੀਂ ਉਹਨਾਂ ਨੂੰ ਜਥੇਬੰਦੀਆਂ ਨੂੰ ਇਹ ਕਹੋ ਜੀ ਆ ਮਹਿੰਗਾਈ ਦਾ ਮੁੱਦਾ ਵੀ ਲਿਆਓ ਜੀ, ਪੈਟਰੋਲ ਵਧ ਗਿਆ ਜੀ, ਇਹ ਮੁੱਦਾ ਵੀ ਲਿਆਓ। ਦੱਸੋ ਕਿਹੜੇ ਕਿਹੜੇ ਮੁੱਦਿਆਂ ਤੇ ਲੜਾਈ ਕਿਸਾਨ ਤੁਹਾਨੂੰ ਕਰਕੇ ਦੇਵੇ, ਵਿਚਾਰਾ ਕਿਸਾਨ। ਸੋ ਜਿਹੜੇ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਜਿਹੜੇ ਉੱਥੇ ਦਿੱਲੀ ਦੇ ਵਿੱਚ ਜਿਨ੍ਹਾਂ ਮੁੱਦਿਆਂ ਤੇ ਲੜਾਈ ਕਰ ਰਹੇ ਨੇ, 3 ਕਾਨੂੰਨ ਦੀ ਰਿਪੀਲ ਵਾਸਤੇ ਜਿਹੜੀ ਲੜਾਈ ਕਰ ਰਹੇ ਨੇ, ਜੋ ਕੁਛ ਉੱਥੇ ਹੋ ਰਿਹਾ ਹੈ ਪਿਛਲੇ 2-2.5 ਮਹੀਨਿਆਂ ਤੋਂ ਬੈਠੇ ਹੋਏ ਨੇ, ਕੀ ਉਹ ਮੁੱਦੇ ਛੋਟੇ ਨੇ? ਕੀ ਉਹ ਲੜਾਈ ਛੋਟੀ ਆ? ਆ ਮਹਿੰਗਾਈ ਦੇ ਗੈਸ ਸਿਲੰਡਰ ਤੇ ਪੈਟਰੋਲ ਮਹਿੰਗਾ ਹੋ ਗਿਆ, ਇਹ ਛੋਟੇ ਛੋਟੇ ਮੁੱਦੇ, ਇਹ ਤੁਸੀਂ ਖੁਦ ਕਿਉਂ ਨਹੀਂ, ਜਿਹੜੇ ਨਾਗਰਿਕ ਖੁਦ ਕਿਉਂ ਨਹੀਂ ਸੰਭਾਲ ਲੈਂਦੇ? ਸ਼ਹਿਰੀ ਤਾਂ ਬਿਲਕੁਲ ਹੀ ਸੁੱਤੇ ਪਏ ਆ। ਉਹਨਾਂ ਨੂੰ ਲੱਗਦਾ ਕਿ ਚਲੋ ਜੀ ਕੋਈ ਗੱਲ ਨਹੀਂ, ਜੇ ਪੈਟਰੋਲ ਹੋਰ 2-4-10 ਰੁਪਏ ਮਹਿੰਗਾ ਹੋ ਗਿਆ ਤਾਂ ਪਵਾ ਲਾਂਗੇ, ਕੋਈ ਗੱਲ ਨਹੀਂ ਹੈਗਾ। ਪਰ ਨਹੀਂ, ਇਹ ਮੁੱਦੇ ਤੁਸੀਂ ਆਪ ਨਹੀਂ ਉਠਾ ਸਕਦੇ। ਹਰੇਕ ਉਹਨੂੰ ਜਿਹੜਾ ਸੁੱਖ ਕੇ ਹੀ ਦਿੱਤਾ ਹੈ ਕਿ ਹਰੇਕ ਲੜਾਈ ਤੁਹਾਡੀ ਜਿਹੜੀ ਹੈਗੀ ਉਹ ਕਿਸਾਨ ਹੀ ਲੜ ਕੇ ਦੇਵੇ, ਕਿਸਾਨ ਜਥੇਬੰਦੀਆਂ ਹੀ ਤੁਹਾਨੂੰ ਹੱਕ ਲੈ ਕੇ ਦੇਣ। ਕਿਹੜੀ ਲੜਾਈ ਤੁਹਾਨੂੰ, ਕਿਹੜੇ ਹੱਕ ਤੁਹਾਨੂੰ ਕਿਸਾਨ ਜਥੇਬੰਦੀਆਂ ਲੈ ਕੇ ਦੇਣਗੀਆਂ? ਸੋ ਇਹ ਸੋਚਣਾ ਬਣਨਾ। ਸੋ ਅਸੀਂ ਇਸ ਮਾਧਿਅਮ ਰਾਹੀਂ ਅਪੀਲ ਕਰਦੇ ਹਾਂ ਹਰੇਕ ਨਾਗਰਿਕ ਨੂੰ, ਚਾਹੇ ਉਹ ਕਿਸਾਨੀ ਧੰਦੇ ਨਾਲ ਸੰਬੰਧਿਤ ਹੈ ਚਾਹੇ ਨਹੀਂ ਹੈ, ਪਰ ਭਰਾਵੋ ਜਿਸ ਤਰੀਕੇ ਦੇ ਹਾਲਾਤ ਪਿਛਲੇ ਦਿਨਾਂ ਦੇ ਵਿੱਚ ਬਣੇ ਆ, ਜਿਵੇਂ ਮਹਿੰਗਾਈ ਜਿਹੜੀ ਲੱਕ ਤੋੜਵੀਂ ਮਹਿੰਗਾਈ ਸਾਹਮਣੇ ਆ ਰਹੀ ਹੈ, ਪੈਟਰੋਲ ਦੀਆਂ ਕੀਮਤਾਂ ਵੇਖੋ, ਜੇਕਰ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧ ਗਈਆਂ ਤਾਂ ਤੁਸੀਂ ਸਮਝ ਲਓ ਕਿ ਬਾਕੀ ਵਸਤਾਂ ਮਹਿੰਗੀਆਂ ਹੋਣੀਆਂ, ਕਿਉਂਕਿ ਜਿੰਨਾ ਟਰਾਂਸਪੋਰਟੇਸ਼ਨ ਦੇ ਰਾਹੀਂ ਆਉਣੀਆਂ ਵੱਖ-ਵੱਖ ਥਾਵਾਂ ਤੋਂ, ਚਾਹੇ ਉਹ ਸਬਜ਼ੀਆਂ, ਚਾਹੇ ਫਰੂਟ ਹੈ, ਚਾਹੇ ਅਨਾਜ ਹੈ, ਹਰ ਇੱਕ ਚੀਜ਼ ਜਿਹੜੀ ਹੈ ਉਹਨੇ ਮਹਿੰਗੀ ਹੋਣਾ ਹੀ ਹੋਣਾ। ਜੇ ਪੈਟਰੋਲ 100 ਦੇ ਪਾਰ ਜਾ ਚੁੱਕਾ ਹੈ ਤੇ ਸਾਡੇ ਇੱਥੇ ਜਾਣ ਵਾਲਾ ਕੁਝ ਦਿਨਾਂ ਤੱਕ ਚਲਾ ਜਾਏਗਾ। ਸੋ ਤੁਸੀਂ ਆਪਣੇ ਨਿੱਕੇ ਮੁੱਦਿਆਂ ਤੇ ਕੋਈ ਆਵਾਜ਼ ਨਹੀਂ ਉਠਾ ਸਕਦੇ। ਤੁਸੀਂ ਆਪਣੇ ਏਰੀਏ ਦੇ ਵਿਧਾਇਕ ਨੂੰ, ਕਿਸੇ ਜਿਹੜੇ ਜ਼ਿੰਮੇਦਾਰ ਪਰਸਨ MLA ਹੈਗੇ ਆ, ਉਹਨਾਂ ਨੂੰ ਨਹੀਂ ਘੇਰ ਸਕਦੇ, ਉਹਨਾਂ ਦੇ ਘਰ ਘੇਰੋ, ਮੰਤਰੀਆਂ ਦੇ ਘਰ ਘੇਰੋ। ਤੁਸੀਂ ਤਾਂ ਇਹ ਕਰ ਨਹੀਂ ਸਕਦੇ। ਉਲਟਾ ਸਗੋਂ ਤੁਸੀਂ ਕੀ ਕਰਦੇ ਹੋ ਵੀ ਜਿਹੜੀਆਂ ਉੱਥੇ ਜਥੇਬੰਦੀਆਂ ਬੈਠੀਆਂ ਨੇ, ਜਿਹੜੇ ਉਹਨਾਂ ਦੇ ਲੀਡਰ ਨੇ, ਉਹਨਾਂ ਤੇ ਤੰਜ਼ਾਂ ਕੱਸਦੇ ਹੋ, ਉਹਨਾਂ ਦੇ ਨਿੱਕੇ ਨੁਕਸ ਕੱਢਦੇ ਹੋ, ਉਹਨਾਂ ਨੂੰ ਆਹ ਕਰਨਾ ਚਾਹੀਦਾ, ਉਹਨਾਂ ਨੂੰ ਉਹ ਕਰਨਾ ਚਾਹੀਦਾ। ਤੁਸੀਂ ਕੀ ਕਰ ਰਹੇ ਹੋ? ਆਪਣੇ ਜਿਵੇਂ ਫਰੀਦ ਜੀ ਨੇ ਕਿਹਾ ਨਾ, ਫਰੀਦਾ ਆਪਣੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ। ਸੋ ਸਾਰਿਆਂ ਨੂੰ ਆਪਣੇ ਗਰੀਬਾਨ ਦੇ ਅੰਦਰ ਝਾਕਣਾ ਪਏਗਾ। ਇੱਥੇ ਬੈਠੇ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ, ਉਹ ਐਸ਼ ਕਰ ਰਹੇ ਨੇ, ਹਾਲਾਂਕਿ ਟੈਕਸ ਸਾਡੇ ਸਿਰੋਂ ਹੀ ਜਾ ਰਿਹਾ। ਤੁਸੀਂ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ? ਘੇਰੋਗਾ ਤੁਸੀਂ ਆਪਣੇ ਜ਼ਿਲ੍ਹੇ ਦੇ MLA ਨੂੰ, ਘੇਰੋਗਾ ਤੁਸੀਂ ਆਪਣੇ ਇਲਾਕੇ ਦੇ ਨੁਮਾਇੰਦੇ ਨੂੰ ਵੀ ਅਸੀਂ ਤੁਹਾਨੂੰ ਚੁਣ ਕੇ ਤੇ ਤੁਹਾਨੂੰ ਲੈ ਕੇ ਆਂਦਾ ਹੈਗਾ ਸੱਤਾ ਦੇ ਵਿੱਚ, ਤੇ ਅੱਜ ਮਹਿੰਗਾਈ ਕਿਉਂ ਹੋ ਰਹੀ ਹੈ? ਇਹ ਉਹਨਾਂ ਨੂੰ ਪੁੱਛੋ, ਸਵਾਲ ਕਰੋ। ਤੁਹਾਡੀ ਹਿੰਮਤ ਨਹੀਂ, ਤੁਸੀਂ ਸਿਰਫ ਤੇ ਸਿਰਫ ਕਿਸਾਨੀ ਤੇ ਕਿਸਾਨ ਲੀਡਰਾਂ ਤੇ ਕਿਸਾਨ ਜਥੇਬੰਦੀਆਂ ਤੇ ਨੁਕਤਾਚੀਨੀ ਕਰ ਸਕਦੇ ਹੋ, ਉਹਨਾਂ ਦੇ ਸਵਾਲ ਉਠਾ ਸਕਦੇ ਹੋ। ਇਹਨਾਂ ਦੇ ਸਾਹਮਣੇ, ਤੁਹਾਡੀ ਲੀਡਰਾਂ ਦੇ ਸਾਹਮਣੇ ਤੁਹਾਡੀ ਕੋਈ ਹਿੰਮਤ ਨਹੀਂ ਪੈਂਦੀ। ਜਿਹੜੇ ਸਿਆਸੀ ਲੀਡਰਾਂ ਦੇ ਅੱਗੇ ਤੁਹਾਡੀ ਹਿੰਮਤ ਨਹੀਂ ਪੈਂਦੀ ਪੁੱਛਣ ਦੀ, ਜਿਨ੍ਹਾਂ ਦੇ ਕਾਰਨ ਹੀ ਸਭ ਕੁਝ ਹੋ ਰਿਹਾ। ਹਾਲਾਂਕਿ ਜਿਹੜੇ ਸਾਡੇ ਟੈਕਸ ਹੈਗੇ ਉਹਨਾਂ ਟੈਕਸਾਂ ਨੂੰ ਹੀ ਤਨਖਾਹ ਦੇ ਰੂਪ 'ਚ ਲੈਂਦੇ ਨੇ, ਸਾਡੇ ਸੇਵਕ ਨੇ ਇੱਕ ਤਰ੍ਹਾਂ, ਲੇਕਿਨ ਸਾਡੇ ਸੇਵਕ ਹੋਣ ਦੇ ਨਾਤੇ ਸਾਡੇ ਤੇ ਰਾਜ ਕਰ ਰਹੇ, ਬਿਲਕੁਲ ਰਾਜ ਕਰ ਰਹੇ। ਔਰ ਸਾਡੇ ਲੋਕ ਸੁੱਤੇ ਪਏ, ਖਾਸ ਕਰਕੇ ਜਿਹੜਾ ਸ਼ਹਿਰੀ ਤਬਕਾ ਉਹ ਤਾਂ ਬਿਲਕੁਲ ਹੀ ਸੁੱਤਾ ਪਿਆ। ਉਹਨਾਂ ਨੂੰ ਲੱਗਦਾ ਕਿ ਕਿਸਾਨ ਜੋ ਕੁਝ ਕਰ ਰਹੇ ਆ, ਸਾਡਾ ਕੀ ਇਹਦੇ ਵਿੱਚ ਇਲਾਕਾ ਦੇਖਾ। ਲੇਕਿਨ ਇਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਜਿਸ ਦਿਨ ਅਸੈਂਸ਼ੀਅਲ ਕਮੋਡਿਟੀਜ਼ ਦਾ ਕਾਨੂੰਨ ਵੀ ਇੱਥੇ ਲਾਗੂ ਹੋ ਗਿਆ, ਕਿ ਉਹ 3 ਕਾਨੂੰਨਾਂ ਦੇ ਵਿੱਚ ਉਹ ਵੀ ਹੈ, ਜੇ ਉਹ ਲਾਗੂ ਹੋ ਗਿਆ ਤੇ ਇਹਨਾਂ ਨੂੰ ਜਿਹੜਾ ਅੱਜ 100 ਰੁਪਏ ਕਿਲੋ ਗੰਢੇ ਮਿਲਣ ਤੇ ਔਖਾ ਹੋਣਾ ਪੈਂਦਾ, ਉਹ 1000 ਰੁਪਏ ਕਿਲੋ, 1500 ਰੁਪਏ ਕਿਲੋ ਵੀ ਲੈਣੇ ਪੈ ਸਕਦੇ। ਜਿਹੜੀਆਂ ਦਾਲਾਂ 100-200 ਰੁਪਏ ਕਿਲੋ ਲੈਣ ਤੇ ਔਖੇ ਹੋਏ ਪਏ ਆ, ਹੋ ਸਕਦਾ 2500-3000 ਤੱਕ ਲੈਣੀਆਂ ਪੈਣ। ਤਾਂ ਇਹ ਚੀਜ਼ ਜਿੰਨੀ ਛੇਤੀ ਇਹ ਲੋਕ ਜਾਗ ਜਾਣਗੇ, ਉਨੀ ਛੇਤੀ ਆਪਣੇ ਮਸਲੇ ਹੱਲ ਕਰਵਾਉਣ ਦੇ ਸਮਰੱਥ ਹੋ ਜਾਣਗੇ। ਕਿਸਾਨਾਂ ਦੇ ਹੱਥ ਨਾਲ ਹੱਥ ਮਿਲਾਉਣਾ ਚਾਹੀਦਾ, ਨਾ ਕਿ ਕਿਸਾਨਾਂ ਤੇ ਤੰਜ ਕੱਸਣੇ ਚਾਹੀਦੇ ਆ ਜਾਂ ਕਿਸਾਨਾਂ ਨੂੰ ਨੁਕਤਾਚੀਨੀ ਕਰਨੀ ਚਾਹੀਦੀ।
ਉਹ ਆਪਣੇ ਹਿੱਸੇ ਦੀ ਲੜਾਈ ਨਹੀਂ ਲੜ ਰਹੇ, ਉਹ ਸਾਰੇ ਦੇਸ਼ ਦੀ ਲੜਾਈ ਲੜ ਰਹੇ ਆ। ਇਸ ਚੀਜ਼ ਨੂੰ ਜਿੰਨੀ ਛੇਤੀ ਇਹ ਲੋਕ ਸਮਝ ਜਾਣ ਉਨੀ ਛੇਤੀ ਵਧੀਆ ਰਹੇਗਾ। ਅੱਗੋਂ ਇਹਨਾਂ ਦੀ ਮਰਜ਼ੀ। ਬਹੁਤ ਵੱਡੀ ਲੜਾਈ ਕਿਸਾਨ ਲੜ ਰਹੇ, ਛੋਟੀ ਮੋਟੀ ਨਹੀਂ, ਉਹਦੇ ਪਿੱਛੇ ਬਹੁਤ ਵੱਡਾ ਇੱਕ ਐਸਾ ਜਿਹੜਾ ਉਹ ਤਬਕਾ ਖੜਾ ਹੈਗਾ। ਇੱਕ ਗੱਲ ਇਹ ਵੀ ਹੈ ਨਾ ਕਿ ਸਿਰਫ ਕਿਸਾਨ ਜਿਹੜਾ ਮੋਦੀ ਦੇ ਵਿਰੁੱਧ ਨਹੀਂ ਲੜ ਰਿਹਾ, ਬਿਲਕੁਲ ਨਾ ਕਿਸਾਨ ਸਿਰਫ ਤੇ ਸਿਰਫ ਅਡਾਨੀ ਅੰਬਾਨੀ ਦੇ ਵਿਰੁੱਧ ਲੜ ਰਿਹਾ। ਇਹ ਜਿਹੜਾ ਕਿਸਾਨ ਹੈ ਇਸ ਨੇ ਜਿਹੜੀ ਲੜਾਈ ਵਿੱਢੀ ਹੈ WTO, ਵਿਸ਼ਵ ਬੈਂਕ, ਅਡਾਨੀ ਅੰਬਾਨੀ ਦੇ ਨਾਲ ਹੋਰ ਵੱਡੀਆਂ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਉਹਨਾਂ ਸਾਰੀਆਂ ਦੇ ਵਿਰੁੱਧ ਇਹਦੀ ਲੜਾਈ ਚੱਲ ਰਹੀ ਹੈ। ਵਾਲਮਾਰਟ ਵਗੈਰਾ ਸਾਰੀਆਂ ਕੰਪਨੀਆਂ, ਇੱਥੋਂ ਤੱਕ ਕਿ ਰੋਥਸਚਾਈਲਡ ਫੈਮਿਲੀ, ਉਹਦੇ ਬਾਰੇ ਸ਼ਾਇਦ ਸਾਡੇ ਪੰਜਾਬੀਆਂ ਨੂੰ ਘੱਟ ਪਤਾ ਹੋਵੇ। ਰੋਥਸਚਾਈਲਡ ਫੈਮਿਲੀ ਜਿਹੜੀ ਉਹ ਫੈਮਿਲੀ ਹੈ ਜਿਹੜੀ ਕਹਿੰਦੀ ਹੈ ਕਿ ਪੂਰੀ ਦੁਨੀਆ ਦੀ ਪਾਪੂਲੇਸ਼ਨ ਜਿਹੜੀ ਹੈ ਉਹ ਸਿਰਫ 50 ਕਰੋੜ ਹੋਣੀ ਚਾਹੀਦੀ ਹੈ, ਤੇ 50 ਕਰੋੜ ਦੀ ਪਾਪੂਲੇਸ਼ਨ ਲਿਆਉਣ ਵਾਸਤੇ ਸਾਡੇ ਕਰੋਨਾ ਵਰਗੇ ਜਿਹੜੇ ਜਾਲ ਨੇ ਉਹ ਫੈਲਾਏ ਜਾ ਰਹੇ ਨੇ। ਵੈਕਸੀਨ ਜਿਹੜੀ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਸਲੋ ਪੋਇਜ਼ਨਿੰਗ ਦਿੱਤੀ ਜਾਵੇ ਤੇ ਲੋਕ ਸਾਡੇ ਖਤਮ ਹੋਣ ਤੇ ਅਸੀਂ ਉਸ ਟੀਚੇ ਨੂੰ ਮਿਥ ਸਕੀਏ। ਬਿਲ ਗੇਟਸ ਵਰਗੇ ਵੀ ਇਹਦੇ ਵਿੱਚ ਖੜੇ ਨੇ। ਸੋ ਕਿਸਾਨ ਤੁਹਾਡੇ ਵਾਸਤੇ, ਡਾਕਟਰ ਫੌਚੀ ਵੀ ਇਹਦੇ ਵਿੱਚ ਹੈ। ਸੋ ਕਿਸਾਨ ਤੁਹਾਡੇ ਵਾਸਤੇ ਇੰਨੇ ਵੱਡੇ ਤਬਕੇ ਨਾਲ ਲੜਾਈ ਲੜ ਰਹੇ ਹੈ ਤੇ ਤੁਸੀਂ ਸੁੱਤੇ ਪਏ ਹੋ। ਇਹ ਸੋਚਣਾ ਪਏਗਾ ਤੁਸੀਂ ਕੀ ਕਰ ਰਹੇ ਹੋ। ਤੁਸੀਂ ਤਲੇ ਚੱਟ ਰਹੇ ਹੋ ਆਪਣੇ ਨੁਮਾਇੰਦਿਆਂ ਦੇ, ਆਪਣੇ MLAਆਂ ਦੇ, ਆਪਣੇ ਵਿਧਾਇਕਾਂ ਦੇ। ਕੋਈ ਸਵਾਲ ਨਹੀਂ ਕਰਦੇ ਉਹਨਾਂ ਨੂੰ ਜਿਹੜੇ ਕਰਨ ਵਾਲੇ ਆ। ਇੱਕ ਚੀਜ਼ ਹੋਰ ਵੀ ਡਾਕਟਰ ਸਾਹਿਬ ਇੱਥੇ ਇੱਕ ਸਾਂਝੀ ਕਰੀਏ। ਬਿਲਕੁਲ। ਕਿ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਇਹ ਭੁੱਲ ਜਾਓ ਵੀ ਜਿਹੜੇ ਇਹ 3 ਕਾਨੂੰਨ ਬਣੇ ਨੇ ਤੇ ਜਦੋਂ ਇਹ ਬਿੱਲ ਤਿਆਰ ਹੋਏ ਨੇ ਵੀ ਜਾਂ ਕਾਂਗਰਸ ਪਾਰਟੀ ਦੇ ਜਿਹੜੇ ਹੈਗੇ ਨੇ ਆਪਣੇ MP ਜਾਂ ਕਹਿ ਲਓ ਮੰਤਰੀ ਜਾਂ ਮੰਤਰੀ ਸਾਰੇ ਇਹ ਜਿਹੜੇ ਨਹੀਂ ਜਾਣਦੇ ਸੀ। ਸਾਡੇ ਮੌਜੂਦਾ ਮੁੱਖ ਮੰਤਰੀ ਸਾਹਿਬ ਦਾ ਨਾਂ ਤੱਕ ਆਇਆ ਕਿ ਉਹ ਵੀ ਇਹਨਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ। ਇੱਥੋਂ ਤੱਕ ਕਿ ਜੇ ਮੈਂ ਇਹ ਕਹਿ ਲਾ ਤਾਂ ਕੋਈ ਅਤਕਥਨੀ ਨਹੀਂ ਕਿ ਜਿਹੜੇ MC ਸੀਗੇ ਮੌਜੂਦਾ ਪਾਰਟੀ ਦੇ ਜਿਹੜੇ MC ਤੱਕ ਆ, ਕਾਉਂਸਲਰ ਤੱਕ, ਸਭ ਨੂੰ ਇਸ ਚੀਜ਼ ਦੀ ਖਬਰ ਸੀ ਕਿ ਕੀ ਹੋਣ ਵਾਲਾ ਕੀ ਨਹੀਂ ਹੋਣ ਵਾਲਾ। ਕਿਉਂਕਿ ਜਦੋਂ ਖਰੀਦੋ ਫਰੋਖਤ ਉਹਨਾਂ ਨੇ ਬੜੇ ਜ਼ਮੀਨਾਂ ਦੀ ਵੱਡੇ ਪੱਧਰ ਤੇ ਜ਼ਮੀਨਾਂ ਦੀ, ਕਿਉਂਕਿ ਸਸਤੀਆਂ ਜ਼ਮੀਨਾਂ ਸੀਗੀਆਂ, ਭੋਲੇ ਭਾਲੇ ਲੋਕਾਂ ਤੋਂ ਉਹਨਾਂ ਨੇ ਖਰੀਦਣੀਆਂ ਸ਼ੁਰੂ ਕੀਤੀਆਂ। ਉਹ ਇਸ ਕਰਕੇ ਧੜਾ ਖਰੀਦੀਆਂ ਤੇ ਜਦੋਂ ਦੇਖੋ NOC ਜਿਹੜੀ ਹੈਗੀ ਆ ਉਹਦੇ ਤੇ ਉਹ ਬੰਦ ਆ, ਠੱਪ ਆ, ਉਹ ਨਹੀਂ ਦਿੱਤੀ ਜਾ ਰਹੀ ਲੋਕਾਂ ਨੂੰ। ਪਰ ਇਹਨਾਂ ਨੂੰ ਕਿਵੇਂ ਮਿਲ ਰਹੀ ਆ, ਚਾਹੇ ਉਹ MC ਹੋਣ, ਚਾਹੇ ਹੋਰ MLA ਹੋਣ, ਚਾਹੇ ਮੰਤਰੀ ਹੋਣ, ਇਹਨਾਂ ਨੂੰ ਕਿੱਦਾਂ ਮਿਲ ਰਹੀ ਆ, ਇਹ ਕਦੇ ਤੁਸੀਂ ਸਵਾਲ ਉਹਨਾਂ ਨੂੰ ਨਹੀਂ ਪੁੱਛੇ। ਸੋ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਇਲਾਕੇ ਦੇ MLA ਨੇ ਕੱਖ ਵੀ ਨਹੀਂ ਕੀਤਾ। ਕੋਈ ਮੇਰੇ ਇਲਾਕੇ ਦਾ ਵਿਕਾਸ ਨਹੀਂ ਹੋਇਆ। ਮੈਂ ਜਿਹੜਾ ਹੈਗਾ ਉਹ ਬੜਾ ਠੋਕ ਵਜਾ ਕੇ ਗੱਲ ਕਹਿਣੀ, ਕੱਖ ਵੀ ਨਹੀਂ ਕੀਤਾ। ਹਾਲਾਂਕਿ ਮੈਂ ਇਹ ਵੀ ਮੰਨਦੀ ਕਿ ਅਸੀਂ ਖੁਦ ਸਪੋਰਟ ਕੀਤੀ ਆ ਔਰ ਕਰਾਈ ਆ, ਔਰ ਉਹਨੇ ਕੱਖ ਨਹੀਂ ਕੀਤਾ। ਮੈਂ ਬਾਰ-ਬਾਰ ਇਹ ਗੱਲ ਕਹਿ ਰਹੀ ਹਾਂ ਆਪਣੇ ਲਈ ਲੋਕ ਇਹ ਕਹਿ ਰਹੇ ਨੇ ਕਿ ਆਪਣੇ ਲਈ ਜ਼ਮੀਨਾਂ ਖਰੀਦਣੀਆਂ, ਪਰ ਏਰੀਏ ਦਾ ਕੁਛ ਨਹੀਂ ਕੀਤਾ। ਮੈਨੂੰ ਇਸ ਗੱਲ ਦਾ ਕੋਈ ਕਨਫਰਮ ਨਹੀਂ ਹੈਗਾ ਕਿ ਉਹਨੇ ਖਰੀਦੀਆਂ ਜਾਂ ਨਹੀਂ ਖਰੀਦੀਆਂ, ਪਰ ਲੋਕ ਇਹ ਗੱਲ ਕਹਿ ਰਹੇ ਨੇ, ਸਾਨੂੰ ਬਾਹਰ ਤੱਕ ਨਹੀਂ ਨਿਕਲ ਦਿੰਦੇ, ਕਹਿ ਰਹੇ ਨੇ ਗੱਲ ਮੂੰਹ। ਔਰ ਮੈਂ ਫਿਰ ਇੱਕ ਵਾਰੀ ਕਹਿੰਦੀ ਹਾਂ ਕਿ ਸਾਡੇ ਏਰੀਏ ਦੇ MLA ਸਾਹਿਬ ਨੇ ਡੱਕਾ ਭੰਨ ਕੇ ਦੂਰਾ ਇਸ ਏਰੀਏ ਦਾ ਨਹੀਂ ਕੀਤਾ। ਉਹ ਹੁਣ ਤੁਹਾਨੂੰ ਪਤਾ ਹੀ ਹੈ ਇਹਨਾਂ ਚੀਜ਼ਾਂ ਤੋਂ ਡਰਦੇ ਲੋਕ, ਕਿਉਂਕਿ ਉਹ ਪੁਲਿਸ ਤੋਂ ਪਰਚੇ ਰਜਿਸਟਰਡ ਕਰਵਾ ਦਿੰਦੇ ਜੀ, ਝੂਠੇ ਕਰਦੇ ਆ ਜੀ। ਸੋ ਜੇ ਇਹਨਾਂ ਚੀਜ਼ਾਂ ਤੋਂ ਡਰਦੇ ਆਪਾਂ ਮੂੰਹ ਨਹੀਂ ਖੋਲਾਂਗੇ ਨਾ ਤਾਂ ਫਿਰ ਅਸੀਂ ਬਰਬਾਦ ਹੋ ਜਾਾਂਗੇ। ਸਾਨੂੰ ਇਹਨਾਂ ਨੂੰ ਸਵਾਲ ਕਰਨੇ ਹੀ ਪੈਣਗੇ, ਚਾਹੇ ਝੂਠੇ ਪਰਚੇ ਕਰਾਉਣ, ਕਿੰਨੇ ਕੁ ਕਰਾ ਲੈਣਗੇ, ਕਿੰਨੀਆਂ ਕੁ ਜੇਲ੍ਹਾਂ ਭਰ ਦੇਣਗੇ। ਆਫਟਰ ਆਲ ਫਿਰ ਇਹਦੇ ਨਾਲ ਆਪਣੇ ਹੱਕਾਂ ਲਈ ਉੱਠਣਾ ਸਿੱਖਣਾ ਪਏਗਾ। ਸੋ ਸਵਾਲ ਕਰੋ ਤੁਸੀਂ, ਇਹਨਾਂ MLA ਨੂੰ ਘੇਰੋ, ਜਿੱਥੇ ਕਿਤੇ ਮਿਲਦੇ ਨੇ ਉਹਨਾਂ ਨੂੰ ਘੇਰੋ, ਪੁੱਛੋ, ਸਵਾਲ ਕਰੋ, ਪੁੱਛੋ। ਬਿਲਕੁਲ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਤੁਹਾਡੇ ਪੈਸੇ ਤੇ ਇੱਕ MLA ਜਿਹੜਾ ਹੈਗਾ ਘੱਟੋ ਘੱਟ 5 ਤੋਂ 10 ਲੱਖ ਰੁਪਏ ਤੱਕ ਦਾ ਪੈਂਦਾ ਤੁਹਾਨੂੰ ਇੱਕ MLA। ਉਹ ਪੈਸਾ ਜਾਂਦਾ ਕਿੱਥੋਂ? ਸੋ ਇਹਨਾਂ ਨੇ ਆਪਣੇ ਬੱਚੇ ਮਹਿੰਗੇ ਸਕੂਲਾਂ 'ਚ ਪੜ੍ਹਾ ਲਏ, ਇਹਨਾਂ ਨੇ ਫੋਰਨ ਕੰਟਰੀਆਂ ਦੇ ਵਿੱਚ ਆਪਣੇ ਬੱਚੇ ਸੈਟਲਡ ਕਰ ਲਏ। ਤੁਹਾਡੇ ਬੱਚੇ ਅੱਜ ਕਿੱਥੇ ਜਾ ਰਹੇ ਨੇ? ਮਿਹਨਤਾਂ ਵੀ ਕਰਦੇ ਨੇ, ਉਹ ਮਜ਼ਦੂਰੀਆਂ ਵੀ ਕਰਦੇ ਨੇ, ਨਾ ਉਹ ਮਹਿੰਗੇ ਸਕੂਲਾਂ 'ਚ ਪੜ੍ਹ ਸਕਦੇ ਨੇ, ਚੰਗੀ ਐਜੂਕੇਸ਼ਨ ਲੈ ਸਕਦੇ ਨੇ, ਅਖੀਰ ਤੇ ਕਿੱਥੇ ਜਾਂਦੇ ਨੇ? ਜੇਲ੍ਹਾਂ ਭਰ ਦਿੱਤੀਆਂ ਤੁਹਾਡੇ ਬੱਚਿਆਂ ਨੂੰ। ਜੋ ਆਪਣੇ ਹੱਕ ਮੰਗਣ ਲਈ ਦਿੱਲੀ ਗਏ ਤੁਹਾਡੇ ਬੱਚੇ ਤੇ ਉਹਨਾਂ ਨੂੰ ਮਾਰ ਕੇ ਉਹਨਾਂ ਦੇ ਸਿਰ ਪਾੜ ਤੇ ਉਹਨਾਂ ਨੂੰ ਲਹੂ ਲੁਹਾਨ ਕਰਤਾ, ਔਰ ਉਲਟਾ ਜੇਲ੍ਹਾਂ 'ਚ ਕਿੰਨੇ ਬੱਚੇ ਜੇਲ੍ਹਾਂ 'ਚ ਸੁੱਟ ਦਿੱਤੇ ਗਏ। ਨਾਬਾਲਗ ਬੱਚੇ ਵੀ ਉਹਨਾਂ ਦੇ ਵਿੱਚ ਹੈਗੇ। ਉਹ ਕੌਣ ਸਨ? ਆਪਣੀ ਰੋਜ਼ੀ ਰੋਟੀ ਆਪਣਾ ਹੱਕ ਲੈਣ ਲਈ ਗਏ ਸੀ। ਤੇ ਤੁਹਾਡੇ ਸਿਰੋਂ ਤੋਂ ਅੱਜ ਤੁਸੀਂ ਵੀਰੋ ਜੇ 100 ਰੁਪਇਆ ਕਮਾਉਂਦੇ ਨਾ, 80 ਰੁਪਏ ਤੁਹਾਡੇ ਇਹਨਾਂ MLA ਵਿਧਾਇਕਾਂ ਤੇ ਹੋਰ ਜਿੰਨੇ ਸੱਤਾਧਾਰੀ ਲੋਕ ਹੈਗੇ ਉਹਨਾਂ ਦੀ ਅਯਾਸ਼ੀ ਤੇ ਖਤਮ ਹੁੰਦਾ। ਟੈਕਸ ਦੇ ਥਰੂ ਉਹਨਾਂ ਦੀ ਜੇਬਾਂ 'ਚ ਜਾਂਦਾ, ਤੁਹਾਡੇ ਪੱਲੇ ਸਿਰਫ 20 ਰੁਪਏ। ਤੁਸੀਂ 20 ਰੁਪਏ ਦੇ ਵਿੱਚ ਗੁਜ਼ਾਰਾ ਕਰਦੇ ਆ। ਰੋਣ ਆਉਂਦਾ ਕਿ ਜਦੋਂ ਉਹਨਾਂ ਘਰਾਂ 'ਚ ਜਾ ਕੇ ਦੇਖੀਦਾ ਤੁਹਾਡੇ ਇਹਨਾਂ ਦੇ ਤਾਂ
ਸਾਡੇ ਸਭ ਦੇ ਸਾਹ ਤੇ ਟੈਕਸ ਹੈ। ਟੈਕਸ ਬਿਲਕੁਲ ਬਿਲਕੁਲ ਦੁੱਧ ਤੇ ਟੈਕਸ, ਬਿਲਕੁਲ ਕੋਈ ਖਾਣ ਵਾਲੀ ਚੀਜ਼ ਲੈ ਲਓ ਉਹ ਤੇ ਟੈਕਸ, ਨਿੱਕੀ ਤੋਂ ਨਿੱਕੀ ਚੀਜ਼ ਲੈ ਲਓ, ਮੱਚਸ ਲੈ ਇੱਕ ਲਓ, ਬਿਸਕੁਟ ਦਾ ਪੈਕਟ ਲੈ ਲਓ ਜੀ, ਕੋਈ ਵੀ ਚੀਜ਼ ਲੈ ਲਓ ਨਿੱਕੀ ਤੋਂ ਨਿੱਕੀ, ਹਰ ਇੱਕ ਤੇ ਤੁਹਾਨੂੰ ਟੈਕਸ ਦੇਣਾ ਪੈਂਦਾ। ਇਹਨਾਂ ਨੂੰ ਇਹ ਹਰ ਟੈਕਸ ਤੋਂ ਫ੍ਰੀ ਨੇ, ਇਹ ਐਮਐਲਏ ਹਰ ਟੈਕਸ ਤੋਂ ਫ੍ਰੀ ਨੇ। ਤੁਸੀਂ ਜਿਹੜਾ ਨੈਟ ਹੈ ਜਾਂ ਬਿਜਲੀ ਦਾ ਬਿੱਲ ਹੈ ਜਾਂ ਤੁਹਾਡਾ ਫੋਨ ਦਾ ਬਿੱਲ ਹੈ, ਕਿੰਨੇ ਕਿੰਨੇ ਤੁਸੀਂ ਬਿੱਲ ਦਿੰਦੇ ਹੋ ਤੇ ਇਹਨਾਂ ਦੇ ਬਿੱਲ ਸਾਰੇ ਫ੍ਰੀ ਨੇ। ਇਹਨਾਂ ਦੇ ਫ੍ਰੀ ਨੇ, ਚਾਹੇ ਲੱਖ ਦੀ ਚਾਹੇ 2 ਲੱਖ ਦੀ ਕੰਜ਼ੰਪਸ਼ਨ ਕਰ ਰਹੇ, ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ। ਅੱਛਾ, ਫਿਰ ਸਭ ਤੋਂ ਵੱਡੀ ਗੱਲ, ਜਿਹੜੇ ਕਰਮਚਾਰੀ ਤਬਕਾ ਹੈਗਾ, ਕਰਮਚਾਰੀ ਤਬਕੇ ਦੀ ਪੈਨਸ਼ਨ ਬਿਲਕੁਲ ਖਤਮ ਕਰਨ ਤੇ ਆਏ ਹੋਏ ਨੇ। ਜਿਹੜੇ 30 31 ਸਾਲ 35 ਸਾਲ ਸਾਰੀ ਉਮਰ ਲਾ ਦਿੰਦੇ ਨੇ ਆਪਣੀ, ਉਹ ਪੜ੍ਹ ਲਿਖ ਕੇ ਸਾਰਾ ਕੁਝ ਕਰਕੇ ਉਹਨਾਂ ਨੂੰ ਪੈਨਸ਼ਨ ਦਾ ਇੱਕ ਨਿੱਕਾ ਪੈਸਾ ਨਹੀਂ। ਤੇ ਜਿਹੜੇ ਇੱਕ ਦਿਨ ਵੀ ਵਿਧਾਇਕ ਰਹਿ ਜਾਂਦੇ ਆ, ਉਹਨਾਂ ਦੀਆਂ ਪੈਨਸ਼ਨਾਂ ਜਿੰਨੇ ਵਾਰੀ ਵਿਧਾਇਕ ਬਣਦੇ ਨੇ, ਇੱਕ ਦਿਨ ਵੀ ਰਹਿ ਗਏ ਉਹਨੇ ਵਾਰ ਦੀਆਂ ਵਿਧਾਇਕ ਇੱਥੇ ਹੀ ਬਸ ਨਹੀਂ, ਉਹਨਾਂ ਦੇ ਜਿੰਨੇ ਪਰਿਵਾਰ ਦੇ ਮੈਂਬਰ ਨੇ ਸਾਰਿਆਂ ਦਾ ਮੈਡੀਕਲ ਫ੍ਰੀ ਹੈ ਔਰ ਸਪੈਸ਼ਲ ਮੈਡੀਕਲ ਉਹਨਾਂ ਨੂੰ ਦਿੱਤਾ ਜਾਂਦਾ ਹੈ। ਤੇ ਤੁਹਾਡੇ ਅੱਜ ਬਜ਼ੁਰਗ, ਤੁਹਾਡੇ ਅੱਜ ਭੈਣ ਭਰਾ, ਤੁਹਾਡੇ ਅੱਜ ਬੱਚੇ ਦਵਾਈ ਖਾਣੋਂ ਮਰ ਰਹੇ, ਰੁਲਦੇ ਨੇ ਹਸਪਤਾਲਾਂ ਦੇ ਵਿੱਚ ਜਾ ਕੇ ਦੇਖ ਲਓ, ਉਹਨਾਂ ਨੂੰ ਡਾਕਟਰ ਗੱਲ ਕਰਨ ਤੱਕ ਤਿਆਰ ਨਹੀਂ ਹੈਗੇ। ਔਰ ਇੱਕਾ ਦੁੱਕਾ ਇਹੋ ਜਿਹੀਆਂ ਘਟਨਾਵਾਂ ਵੀ ਆਈਆਂ ਕਿ ਜਿੱਥੇ ਫੀਸ ਨਾ ਭਰਨ ਦੇ ਇਵਜ਼ ਦੇ ਵਿੱਚ ਉੱਥੋਂ ਲਾਸ਼ ਚੁੱਕਣੀ ਪਈ ਕਈ ਲੋਕਾਂ ਨੂੰ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ, ਇਸ ਤਰ੍ਹਾਂ ਦੇ, ਸੋ ਤੁਹਾਨੂੰ ਜਾਗਣਾ ਪਏਗਾ, ਸਵਾਲ ਪੁੱਛਣੇ ਪੈਣਗੇ। ਹਰ ਲੜਾਈ, ਹਰ ਹੱਕ ਤੁਹਾਡਾ, ਤੁਸੀਂ ਉਹਨਾਂ ਦੇ ਮੋਢਿਆਂ ਤੇ ਭਾਰ ਨਾ ਪਾਓ ਵਿਚਾਰੇ ਕਿਸਾਨਾਂ ਦੇ। ਤੁਸੀਂ ਦੇਖੋ ਇੱਕ ਸਿੱਧਾ ਸਾਦਾ ਬੰਦਾ ਸਰਦਾਰ ਰੁਲਦੂ ਸਿੰਘ, ਕਿੰਨੇ ਪਰਚੇ ਰਜਿਸਟਰਡ ਨੇ, ਉਹਦੇ ਕੋਈ ਆਪਣੇ ਕੋਈ ਨਿੱਜੀ ਪਰਚੇ ਰਜਿਸਟਰਡ ਨਹੀਂ ਹੈ ਉਸ ਬਜ਼ੁਰਗ ਦੇ ਉੱਪਰ। ਔਰ ਦੇਖੋ ਉਹਦੀ ਅੱਜ ਉਮਰ ਬੈਠ ਕੇ ਖਾਣ ਦੀ ਸੀਗੀ, ਤੁਹਾਡੇ ਹੱਕਾਂ ਦੀ ਲੜਾਈ ਲੜਦਾ ਬਜ਼ੁਰਗ ਅੱਜ ਸੜਕਾਂ ਤੇ ਉਹ। ਤੇ ਹੁਣ ਫਰਾਂਸਿਸਕੋ ਦੀ ਜਿਹੜਾ ਹੈਗਾ ਉਹਦੀਆਂ ਫੋਰੈਂਸਿਕ ਲੈਬ ਗੁਜਰਾਤ ਤੋਂ ਮੰਗਾਈ, ਉਹਨਾਂ ਨੇ ਕਈ ਫੋਟੋਆਂ ਜ਼ਾਹਰ ਕੀਤੀਆਂ ਜਿਹਦੇ ਵਿੱਚ ਸਰਦਾਰ ਰੁਲਦੂ ਸਿੰਘ ਦੀ ਵੀ ਹੈ, ਸਤਨਾਮ ਸਿੰਘ ਪੰਨੂ, ਇੰਦਰਜੀਤ ਨਿੱਕੂ ਤੇ ਹੋਰ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਫੋਟੋ ਨੇ, ਪਤਾ ਨਹੀਂ ਕਿੱਥੋਂ ਕਿੱਥੋਂ ਉਹਨਾਂ ਨੇ ਚੱਕੀਆਂ, ਉਹ ਚੱਕ ਕੇ ਜ਼ਾਹਰ ਕਰਤੀਆਂ ਜੀ ਇਹ ਉਹਦੇ ਵਿੱਚ 26 ਤਰੀਕ ਵਾਲੇ ਚ ਸੀਗੇ ਤੇ ਇਹਨਾਂ ਨੂੰ ਅੱਗੋਂ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ। ਕਿੰਨੀ ਗਲਤ ਗੱਲ ਹੈ ਕਿ ਜਿੱਥੋਂ ਵੀ ਇਹਨਾਂ ਨੂੰ ਜੋ ਮਿਲਦਾ ਹੈ ਉਹੀ ਚੀਜ਼ ਇਹ ਲਿਆ ਕੇ ਸਾਹਮਣੇ ਰੱਖੀ ਜਾਂਦੇ ਆ ਤੇ ਇੱਕ ਤਰ੍ਹਾਂ ਨਾਲ ਸਾਡੇ ਪਿੱਛੇ ਹੀ ਪਏ ਹੋਏ ਆ। ਬਿਲਕੁਲ, ਉਹ ਇਹਨਾਂ ਨੂੰ ਇਹ ਲੱਗਦਾ ਕਿ ਸਰਦਾਰ ਰੁਲਦੂ ਸਿੰਘ ਵਰਗੇ ਜਿਹੜੇ ਇਸ ਤਰ੍ਹਾਂ ਦੇ ਇਮਾਨਦਾਰ ਲੋਕ ਹੈਗੇ ਨੇ, ਕਿਤੇ ਲੋਕ ਉਹਨਾਂ ਨੂੰ, ਆਮ ਪਬਲਿਕ ਉਹਨਾਂ ਨੂੰ ਆਪਣਾ ਲੀਡਰ ਮੰਨ ਕੇ ਕਿਤੇ ਸਿਆਸਤ ਦੇ ਵਿੱਚ ਨਾ ਲੈ ਆਉਣ। ਹੋ ਸਕਦਾ ਇਹ ਗੱਲ ਵੀ ਹੋਵੇ ਪਰਮਵੀਰ ਕਿ ਜਿਹੜਾ ਜਨ ਅੰਦੋਲਨ ਬਣ ਗਿਆ ਹੈ ਇਹਨੂੰ ਲੀਡਰਲੈਸ ਕਰ ਦਿਓ, ਲੋਕ ਆਪੇ ਉੱਠ ਕੇ ਚਲੇ ਜਾਣਗੇ। ਪਰ ਸਰਕਾਰ ਨੂੰ ਇਹ ਚੀਜ਼ ਧਿਆਨ 'ਚ ਰੱਖ ਲੈਣੀ ਚਾਹੀਦੀ ਹੈ ਕਿ ਕੱਚੀਆਂ ਗੋਲੀਆਂ ਜਥੇਬੰਦੀਆਂ ਵੀ ਨਹੀਂ ਖੇਡੀਆਂ ਹੋਈਆਂ, ਉਹਨਾਂ ਦੀ ਵੀ ਸੈਕੰਡਰੀ ਲੀਡਰਸ਼ਿਪ ਤਿਆਰ ਹੈ। ਬਿਲਕੁਲ। ਸੋ ਇਹ ਜਨ ਅੰਦੋਲਨ ਕਿਸੇ ਵੀ ਤਰੀਕੇ ਨਾਲ ਪਿੱਛੇ ਨਹੀਂ ਆਏਗਾ, ਸਗੋਂ ਅੱਗੇ ਹੀ ਵਧੇਗਾ। ਜੇ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ ਤਾਂ ਸਗੋਂ ਇਸ ਅੰਦੋਲਨ ਨੂੰ ਹੋਰ ਇਸ ਤੇ ਵੀ ਆਪਾਂ ਆਉਂਦੇ ਡਾਕਟਰ ਸਾਹਿਬ, ਇਸ ਤੇ ਵੀ ਆਉਂਦੇ ਆ। ਮੇਰਾ ਅਗਲਾ ਸਵਾਲ ਇਹੀ ਸੀਗਾ, ਪੈਟਰੋਲ ਗੈਸ ਦੀਆਂ ਜਿਹੜੀਆਂ ਕੀਮਤਾਂ ਦੀ ਆਪਾਂ ਜਿਹੜੀ ਗੱਲ ਕਰ ਲਈ ਹੈ ਕਿ ਇਹਦਾ ਤਾਂ ਜਨਤਾ ਤੇ ਕੀ ਅਸਰ ਪਵੇਗਾ, ਜਨਤਾ ਨੂੰ ਕਿਵੇਂ ਤਿਆਰ ਹੋਣਾ ਚਾਹੀਦਾ? ਬਿਲਕੁਲ, ਜਨਤਾ ਤੇ ਬਹੁਤ ਜ਼ਿਆਦਾ ਮਾੜਾ ਅਸਰ ਪੈਣ ਵਾਲਾ। ਹੁਣ ਘਰ ਦੀ ਰਸੋਈ ਦੇ ਵਿੱਚ ਤੁਸੀਂ 900 ਦਾ ਗੈਸ ਸਿਲੰਡਰ ਲੈਂਦੇ ਹੋ, ਉਹ 900 ਦਾ ਗੈਸ ਸਿਲੰਡਰ ਲੈ ਕੇ ਤੁਸੀਂ ਕਿਸ ਤਰੀਕੇ ਨਾਲ ਆਪਣੇ ਸਾਰੇ ਪਰਿਵਾਰ ਨੂੰ ਰੋਟੀ ਰੋਜ਼ੀ ਖਵਾ ਸਕੋਗੇ? ਤੇ 900 ਤੋਂ ਤੁਸੀਂ ਇਹਦੇ ਤੇ ਲਾਤਾ। ਤੇ ਲੋਕਾਂ ਦੀ ਆਮਦਨ ਕਿੰਨੀ ਆ? ਲੋਕਾਂ ਦੀ ਤਾਂ ਰੋਜ਼ੀ ਰੋਟੀ ਤਾਂ ਜਾ ਰਹੀ ਹੈ, ਨਾ ਉਹਨਾਂ ਕੋਲੇ ਰੋਜ਼ੀ ਰਹੀ ਹੈ, ਨਾ ਉਹਨਾਂ ਕੋਲੇ ਕੋਈ ਕੰਮ ਰਿਹਾ ਹੈ, ਨਾ ਉਹਨਾਂ ਨੂੰ ਤੁਸੀਂ ਮਿਹਨਤਾਂ ਨਾ ਦੇ ਰਹੇ ਹੋ। ਮਨਰੇਗਾ ਤੁਸੀਂ ਖਤਮ ਕਰਨ ਜਾ ਰਹੇ ਹੋ ਤੇ ਲੋਕ ਕਰਨ ਤਾਂ ਕੀ ਕਰਨ? ਹੁਣ ਇੱਕ ਕੁੜੀ ਦੇਖਿਆ ਸੀ ਕਿ PhD ਕੀਤੀ ਹੋਈ, ਡਾਕਟਰੇਟ ਕੀਤੀ ਹੋਈ, ਕਿਹੜੇ ਸਟੇਟ ਦੀ ਸੀ ਉਹਨੇ ਰੇਹੜੀ ਲਾਈ ਹੋਈ ਸੀ, ਤਾਂ ਉਹ ਰੇਹੜੀ ਤੇ ਸਬਜ਼ੀਆਂ ਵੇਚ ਰਹੀ ਸੀ, ਸ਼ਾਇਦ ਫਲ ਵੇਚ ਰਹੀ ਸੀ, ਉਹਦੀ ਰੇਹੜੀ ਵੀ ਉਲਟਾ ਦਿੱਤੀ ਸੀ ਸਿਰਫ ਕਰੋਨਾ ਦੇ ਬਹਾਨੇ ਦੇ ਨਾਲ। ਤਾਂ ਇਹ ਜਿਹੜੀਆਂ ਚੀਜ਼ਾਂ ਇਹੋ ਜਿਹੀਆਂ ਹੋ ਰਹੀਆਂ ਨੇ, ਲੋਕਾਂ ਦਾ ਰੋਜ਼ੀ ਰੋਟੀ ਖੋ ਕੇ ਤੁਸੀਂ ਲੋਕਾਂ ਤੇ ਮਹਿੰਗਾਈ ਦੇ ਮਾਰ ਪਾ ਡਾਕਟਰ ਸਾਹਿਬ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਡਾਕਟਰੇਟ ਕੀਤੀ ਹੋਈ ਲੜਕੀ ਜਿਹੜੀ PhD ਕੀਤੀ, ਜਿਹਨੂੰ ਕਿਸੇ ਕਾਲਜ ਦੇ ਵਿੱਚ ਪ੍ਰੋਫੈਸਰ ਹੋਣਾ ਚਾਹੀਦਾ ਸੀਗਾ। ਸੋ ਇੱਥੇ ਜਿਹੜੇ ਡਿਗਰੀਆਂ ਵਾਲੇ ਨੇ, ਜਿਨ੍ਹਾਂ ਨੇ ਐਜੂਕੇਸ਼ਨ ਲਈ ਹੋਈ ਆ, ਉਹ ਤਾਂ ਸੜਕਾਂ ਤੇ ਰੋਲ ਰਹੇ ਨੇ, ਉਹ ਰੋਜ਼ੀ ਰੋਟੀ ਲਈ ਰੇਹੜੀਆਂ ਲਾ ਰਹੇ ਨੇ। ਤੇ ਜਿਹੜੇ ਅਨਪੜ੍ਹ ਨੇ, ਟੋਟਲ ਅਨਪੜ੍ਹ ਨੇ, ਗੁੰਡੇ ਬਦਮਾਸ਼ ਨੇ, ਬਲਾਤਕਾਰੀ ਨੇ, ਉਹ ਸੰਸਦ ਦੇ ਵਿੱਚ ਬੈਠੇ ਨੇ, ਉਹ ਸਾਡੇ ਦੇਸ਼ ਤੇ ਰਾਜ ਕਰ ਰਹੇ ਨੇ, ਰਾਜਗੱਦੀਆਂ ਸੱਤਾ ਦੇ ਵਿੱਚ ਬੈਠੇ ਨੇ। ਇਹ ਚੀਜ਼ਾਂ ਸਾਰੀਆਂ ਸਾਨੂੰ ਜਿਹੜੀਆਂ ਹੈਗੀਆਂ ਉਹ ਸੋਚਣੀਆਂ ਪੈਣਗੀਆਂ ਕਿਤੇ ਨਾ ਕਿਤੇ। ਸੋ ਨਿਕਲਣਾ ਪਏਗਾ, ਨਹੀਂ ਬਹੁਤ ਬੁਰਾ ਹਾਲ ਹੋ ਜਾਏਗਾ। ਜੇ ਸ਼ਹਿਰੀ ਤਬਕੇ ਨੂੰ ਤੁਸੀਂ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ? ਲਾਜ਼ਮੀ ਸ਼ਹਿਰੀ ਤਬਕੇ ਨੂੰ ਜਾਗਣਾ ਪਏਗਾ, ਜਿਹੜਾ ਇਹ ਗਹਿਰੀ ਨੀਂਦ ਸੁੱਤਾ ਪਿਆ।
ਕਿਉਂਕਿ ਜੇ ਪੈਟਰੋਲ ਮਹਿੰਗਾ ਹੁੰਦਾ, ਤੁਹਾਡੇ ਕੋਲ ਪੈਸਾ ਹੈਗਾ, ਤੁਸੀਂ ਇਸ ਮਾਣ 'ਚ ਹੈਗੇ ਹੋ ਕਿ ਤੁਹਾਡੇ ਵਪਾਰ ਚੱਲਦੇ ਨੇ, ਤੁਸੀਂ ਆਰਾਮ ਨਾਲ 10 ਰੁਪਏ 15 ਰੁਪਏ ਮਹਿੰਗਾ ਪੈਟਰੋਲ ਪਵਾ ਸਕਦੇ ਹੋ, ਡੀਜ਼ਲ ਮਹਿੰਗਾ ਲੈ ਸਕਦੇ ਹੋ। ਪਰ ਭਾਈ ਸਿਰਫ ਤੇ ਸਿਰਫ ਤੁਹਾਡੀਆਂ ਗੱਡੀਆਂ 'ਚ ਪੈਟਰੋਲ ਡੀਜ਼ਲ ਨਹੀਂ ਪੈਂਦਾ, ਉਹਨਾਂ ਵਹੀਕਲਸ ਦੇ ਵਿੱਚ ਵੀ ਪੈਟਰੋਲ ਡੀਜ਼ਲ ਪੈਂਦਾ ਹੈ ਜਿਹੜੇ ਤੁਹਾਡੇ ਵਾਸਤੇ ਵੱਖ-ਵੱਖ ਸਟੇਟਸ ਦੇ ਵਿੱਚੋਂ ਅਨਾਜ ਲੈ ਕੇ ਆਉਂਦੇ ਨੇ, ਫਲ ਲੈ ਕੇ ਆਉਂਦੇ ਨੇ, ਸਬਜ਼ੀਆਂ ਲੈ ਕੇ ਆਉਂਦੇ ਨੇ। ਉਸ ਟਰਾਂਸਪੋਰਟੇਸ਼ਨ ਵਾਸਤੇ ਜਿਹੜਾ ਵੀ ਖਰਚਾ ਆਉਂਦਾ ਹੈ ਉਹ ਕਿਹਦੇ ਸਿਰੋਂ ਜਾਣਾ ਹੈ? ਤੁਹਾਡੇ ਸਿਰੋਂ ਹੀ ਜਾਣਾ ਹੈ। ਸੋ ਮਹਿੰਗਾਈ ਦੀ ਮਾਰ ਨੇ ਤੁਹਾਨੂੰ ਲੱਕ ਝੂਮਰ ਕੱਢਣਾ ਹੈ, ਜਿਸ ਵਾਸਤੇ ਤੁਹਾਨੂੰ ਜਾਗਣਾ ਹਰ ਹਾਲਤ ਵਿੱਚ ਜ਼ਰੂਰੀ ਹੈ। ਤੁਸੀਂ ਕਿਸਾਨ ਲਈ ਨਹੀਂ ਉੱਠਣਾ, ਬੇਸ਼ੱਕ ਨਾ ਉੱਠੋ, ਤੁਸੀਂ ਆਪਣੇ ਵਾਸਤੇ ਤਾਂ ਉੱਠ ਖੜੋ। ਤੁਸੀਂ ਆਪਣੇ ਲਈ ਤਾਂ ਜਾਨ ਮਾਰ ਲਓ ਕਿ ਹਾਂ ਤੁਹਾਡਾ ਵੀ ਕੋਈ ਹੱਕ ਸੱਚ ਹੈ। ਅਗਲਾ ਪੁਆਇੰਟ ਜਿਹੜਾ ਆਪਾਂ ਪਹਿਲਾਂ ਡਿਸਕਸ ਕਰਨ ਲੱਗੇ ਸੀਗੇ, ਜਥੇਬੰਦੀਆਂ ਦੇ ਜਿਹੜੇ ਆਗੂ ਆ ਤੇ ਹੋਰ ਕਿਸਾਨਾਂ ਦੀਆਂ ਜਿਹੜੀਆਂ ਫੋਟੋਆਂ ਫੋਰੈਂਸਿਕ ਲੈਬ ਜਿਹੜੀ ਗੁਜਰਾਤ ਤੋਂ ਮੰਗਵਾਈ ਗਈ ਆ, ਉਹਨਾਂ ਨੇ ਜਾਰੀ ਕੀਤੀਆਂ ਪੁਲਿਸ ਨੇ ਉਹਨਾਂ ਦੀਆਂ ਫੋਟੋ। ਔਰ ਮੈਂ ਹੈਰਾਨ, ਮੈਂ ਬੜੇ ਉਹਨੂੰ ਬਾਰ-ਬਾਰ ਉਹਨਾਂ ਤਸਵੀਰਾਂ ਨੂੰ ਦੇਖਿਆ। ਉਹ ਜਿਹੜੀ ਲਾਲ ਕਿਲੇ ਦੀ ਘਟਨਾ ਨਾਲ ਜੋੜਦੇ ਨੇ, ਉਹ ਕਿਤੇ ਵੀ ਨਹੀਂ ਹੈਗੀ ਕਿਤੇ ਲਾਲ ਕਿਲੇ ਦੀ ਉਹਦੇ ਨਾਲ ਕਿਸੇ ਦੀ ਕਾਰ ਦੇ ਵਿੱਚੋਂ ਲਈ ਹੋਈ ਹੈ, ਕਿਸੇ ਤੋਂ ਕਿਤੋਂ ਲਈ ਹੋਈ ਆ, ਕੋਈ ਮਤਲਬ ਆਪਣੇ ਕਿ ਤੰਬੂ ਦੇ ਮੂਹਰੇ ਬੈਠਾ ਹੋਇਆ, ਕੋਈ ਕਿਸੇ ਦੁਕਾਨ ਤੇ ਬੈਠਾ ਹੈ। ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਇਹ ਫੇਸਬੁੱਕ ਜਾਂ ਸੋਸ਼ਲ ਮੀਡੀਆ ਤੋਂ ਵੀ ਡਾਊਨਲੋਡ ਇਸ ਤਰ੍ਹਾਂ ਦੀਆਂ ਲੱਗ ਰਹੀਆਂ ਨੇ। ਇਹਦੇ ਬਾਰੇ ਵੀ ਥੋੜਾ ਜਿਹਾ ਵਿਸਥਾਰ ਨਾਲ ਸਾਡੀ ਜਾਣਕਾਰੀ ਦੇ ਦਿਓ ਦਰਸ਼ਕਾਂ ਨੂੰ। ਇਹ ਜਿਹੜੇ ਫੋਟੋ ਸਾਹਮਣੇ ਆਈਆਂ ਨੇ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਿਹੜੇ ਲੋਕਾਂ ਨੇ ਆਪਣੀ ਉਸ ਦਿਨ ਦੀ ਫੋਟੋ ਕਿਤੇ ਵੀ ਡਾਊਨਲੋਡ ਕੀਤੀ, ਅਪਲੋਡ ਕੀਤੀ ਹੈ, ਤਾਂ ਉਹ ਜਿਹੜੀ ਫੋਟੋ ਹੈ ਉਹਨੂੰ ਚੱਕ ਕੇ ਇਹਨਾਂ ਨੇ 26 ਤਰੀਕ ਦੇ ਉਸ ਘਟਨਾ ਦੇ ਨਾਲ ਜੋੜ ਕੇ ਤੇ ਉਹਨੂੰ ਅੱਗੇ ਲੈ ਆਂਦਾ ਹੈ ਤੇ ਉਹਨਾਂ ਇਨੋਸੈਂਟ ਲੋਕਾਂ ਨੂੰ ਇਹਨਾਂ ਨੇ ਸ਼ਿਕੰਜੇ 'ਚ ਕੱਸਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਬਹੁਤ ਜ਼ਿਆਦਾ ਸਰਕਾਰ ਵਾਸਤੇ, ਖਾਸ ਕਰਕੇ ਦਿੱਲੀ ਪੁਲਿਸ ਵਾਸਤੇ ਬਹੁਤ ਜ਼ਿਆਦਾ ਗਲਤ ਹੈਗਾ ਕਿ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੀ ਹੈ। ਜਿੱਥੋਂ ਤੱਕ ਜਥੇਬੰਦੀਆਂ ਦਾ ਸਵਾਲ ਹੈ, ਜਥੇਬੰਦੀਆਂ ਇਸ ਸਾਰੀ ਸਾਜ਼ਿਸ਼ ਨੂੰ ਸਮਝ ਰਹੀਆਂ ਔਰ ਉਹਨਾਂ ਦੇ ਹੱਥ ਦੇ ਵਿੱਚ ਇਹਨਾਂ ਦੀ ਇਹ ਨਬਜ਼ ਹੈਗੀ ਹੈ ਕਿ ਕੀ ਕਰ ਰਹੇ ਨੇ ਔਰ ਇਹਨਾਂ ਨਾਲ ਕਿਸ ਤਰ੍ਹਾਂ ਨਜਿੱਠਣਾ ਹੈ। ਜਿਵੇਂ ਗੁਰਵਿੰਦਰ ਸਿੰਘ ਮਾਨਸਾ ਜੀ ਨੇ ਕਹਿ ਦਿੱਤਾ ਹੈ ਕਿ ਮੈਂ ਜਿੰਨਾ ਚਿਰ ਮੈਨੂੰ ਫੜ ਕੇ ਨਹੀਂ ਲੈ ਕੇ ਜਾਂਦੇ, ਜੇਲ੍ਹ 'ਚ ਨਹੀਂ ਸੁੱਟ ਦਿੱਤਾ ਜਾਂਦਾ, ਉਹਨਾਂ ਚਿਰ ਮੈਂ ਨਾ ਕਿਸੇ ਨੋਟਿਸ ਦਾ ਜਵਾਬ ਦੇਣਾ ਹੈ, ਨਾ ਮੈਂ ਕਿਸੇ ਕੋਲ ਜਾਣਾ ਹੈ। ਮੈਂ ਵਕੀਲ ਵੀ ਉਦੋਂ ਹੀ ਕਰੂੰਗਾ ਜਦੋਂ ਮੈਨੂੰ ਅੰਦਰ ਲੈ ਕੇ ਜਾਣਗੇ ਔਰ ਮੈਂ ਸਾਰੀ ਗੱਲ ਦਾ ਜਵਾਬ ਵੀ ਦਾਂਗਾ। ਔਰ ਇਹ ਚੀਜ਼ ਜਿਹੜੀ ਹੈ ਇੱਕ ਡਾਕਟਰ ਸਾਹਿਬ, ਮੈਂ ਤੁਹਾਡਾ ਇੱਥੇ ਰੁਕਾਂਗੀ। ਇੱਕ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੀ ਸਰਦਾਰ ਰੁਲਦੂ ਸਿੰਘ ਦੀ ਤਸਵੀਰ ਉਹਨਾਂ ਨੇ ਜਿਹੜੀ ਪੁਲਿਸ ਨੇ ਨਸ਼ਰ ਕੀਤੀ ਆ, ਉਹ ਗੱਡੀ ਦੇ ਵਿੱਚ ਆ ਔਰ ਮੀਡੀਆ ਨੂੰ ਇੰਟਰਵਿਊ ਦੇ ਰਹੇ। ਔਰ ਉੱਥੇ ਤੁਸੀਂ ਕਿਵੇਂ ਕਹਿ ਸਕਦੇ ਹੋ, ਕਿਵੇਂ ਪ੍ਰੂਫ ਕਰ ਸਕਦੇ ਹੋ ਕਿ ਇਹ ਲਾਲ ਕਿਲੇ ਦੀ ਤਸਵੀਰ ਹੈ? ਬਿਲਕੁਲ ਬਿਲਕੁਲ ਬਿਲਕੁਲ, ਠੀਕ ਹੈ। ਸੋ ਇਹ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਰੁਲਦੂ ਸਿੰਘ ਨੇ ਇੱਕ ਬਿਆਨ ਦਿੱਤਾ ਸੀਗਾ। ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਪਹਿਲਾਂ ਜਿਵੇਂ ਸਾਡੇ ਨੌਜਵਾਨਾਂ ਨੂੰ ਇਹਨਾਂ ਨੇ ਚੁੱਕਿਆ ਪੁਲਿਸ ਨੂੰ, ਹੁਣ ਕਿਤੇ ਸਾਡੀ ਵਾਰੀ ਹੋਏਗੀ। ਸੋ ਇਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਭਰਾਵੋ ਜਾਗ ਜਾਣਾ ਚਾਹੀਦਾ। ਇਸ ਤਰ੍ਹਾਂ ਬਾਰ-ਬਾਰ ਇਸੇ ਤੋਂ ਖਾਸ ਕਰਕੇ ਸ਼ਹਿਰੀ ਤਬਕੇ ਨੂੰ ਹੁਣ ਬਹੁਤ ਜ਼ਿਆਦਾ ਜ਼ਰੂਰਤ ਹੈ ਜਾਗਣ ਦੀ। ਘੱਟੋ ਘੱਟ ਆਪਣੇ ਵਾਸਤੇ ਜਾਗਣ, ਜੇ ਉਹ ਕਿਸਾਨਾਂ ਵਾਸਤੇ ਨਹੀਂ ਜਾਗਦੇ, ਆਪਣੇ ਵਾਸਤੇ ਜਾਗਣ ਲਈ ਤਾਂ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਕਿ ਤੁਹਾਨੂੰ ਕਿਸੇ ਸਾਥ ਦੀ ਲੋੜ ਹੈ। ਸੋ ਉੱਠੋ, ਉੱਠ ਕੇ ਹੰਬਲਾ ਮਾਰੋ, ਇਹਨਾਂ ਲੋਕਾਂ ਨੂੰ ਸਵਾਲ ਕਰੋ, ਆਪਣੇ MLA ਆਪਣੇ MPs ਨੂੰ ਘੇਰੋ, ਉਹਨਾਂ ਨੂੰ ਸਵਾਲ ਪੁੱਛੋ ਤਾਂ ਕਿ ਤੁਹਾਡੀਆਂ ਜਿਹੜੀਆਂ ਜਿਹੜੇ ਤੁਹਾਡੇ ਕੀਤੇ ਹੋਏ ਸਵਾਲ ਹੈ ਉਹ ਜਾ ਕੇ ਸੰਸਦ ਦੇ ਵਿੱਚ ਚੁੱਕ ਸਕਣ। ਆਪਾਂ ਇੱਥੇ ਆ ਜਾਂਦੇ ਵੀ ਇਹ ਵਿਚਾਰੇ ਉਹਨਾਂ ਤਸਵੀਰਾਂ ਦੇ ਵਿੱਚ ਆਪਾਂ ਬਾਰ-ਬਾਰ ਦੇਖੇ, ਉਹਨਾਂ ਤਸਵੀਰਾਂ ਦੇ ਵਿੱਚ ਨਾਬਾਲਗ ਬੱਚੇ ਸੀਗੀਆਂ ਜਿਹੜੀਆਂ ਉਹ ਕਰ ਦਿੱਤੀਆਂ ਗਈਆਂ ਹੈਗੀਆਂ ਨੇ ਨਸ਼ਰ। ਤੇ ਹੁਣ ਫਿਰ ਫਰਦਰ ਕੀ ਜਥੇਬੰਦੀਆਂ ਨੂੰ ਸਟੈਂਡ ਲੈਣਾ ਚਾਹੀਦਾ, ਕੀ ਫਰਦਰ ਅੱਗੇ ਕਾਰਵਾਈ ਪਾਉਣੀ ਚਾਹੀਦੀ ਹੈ? ਜਥੇਬੰਦੀਆਂ ਦਾ ਸਟੈਂਡ ਤਾਂ ਇਹ ਹੋਊਗਾ ਕਿ ਜਥੇਬੰਦੀਆਂ ਨੂੰ ਖਦਸ਼ਾ ਹੈ ਸੀ ਕਿ ਉਹਨਾਂ ਤੱਕ ਵੀ ਪੁਲਿਸ ਹੱਥ ਪਾਏਗੀ। ਤੁਹਾਡੇ ਕਹਿਣ ਦਾ ਮਤਲਬ ਉਹਦਾ ਤਿਆਰ ਸੀ। ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਹੈਗੀ ਆ ਕਿ ਜੇ ਸਾਡੇ ਨੌਜਵਾਨਾਂ ਨੂੰ ਚੁੱਕ ਰਹੇ ਨੇ ਤੇ ਕੱਲ ਨੂੰ ਸਾਡੀ ਵਾਰੀ ਵੀ ਆਈ ਲਓ, ਜਿਵੇਂ ਮਾਨਸਾ ਸਾਹਿਬ ਨੇ ਕਹਿ ਦਿੱਤਾ ਸੀ। ਠੀਕ ਹੈ, ਤੇ ਉਹਨਾਂ ਦੇ ਕੋਲ ਇਹਨਾਂ ਨਾਲ ਸਿੱਝਣ ਦੀ ਸਟ੍ਰੈਟਜੀ ਪਹਿਲਾਂ ਹੀ ਬਣੀ ਹੋਈ ਹੈ। ਸੈਕੰਡਰੀ ਲੀਡਰਸ਼ਿਪ ਉਹਨਾਂ ਕੋਲ ਤਿਆਰ ਹੈਗੀ ਹੈ ਤੇ ਸਰਕਾਰ ਨੂੰ ਇਹ ਭੁੱਲ ਜਾਣਾ ਚਾਹੀਦਾ ਕਿ ਜੇ ਅਸੀਂ ਇਹਨਾਂ 40 ਲੀਡਰਾਂ ਨੂੰ ਚੁੱਕ ਲਵਾਂਗੇ ਤਾਂ ਬਾਕੀ ਜਿਹੜਾ ਸਾਡਾ ਕੰਮ ਹੈ ਉਹ ਪਿੱਛੇ ਹੋ ਜਾਊਗਾ, ਜਨ ਅੰਦੋਲਨ ਜਿਹੜਾ ਖਿੰਡ ਜਾਊਗਾ। ਮੈਨੂੰ ਇਹ ਲੱਗਦਾ ਡਾਕਟਰ ਸਾਹਿਬ ਕਿ ਜਦੋਂ ਤੋਂ ਇਹ ਅੰਦੋਲਨ ਚੱਲਿਆ, ਕਿਸਾਨ ਦਾ ਅੰਦੋਲਨ ਜਦੋਂ ਸ਼ੁਰੂ ਹੋਇਆ, ਜਦੋਂ ਦਿੱਲੀ ਜਾ ਕੇ ਬੈਠੇ ਧਰਨਾ ਲਾ ਕੇ,
ਜਿਹੜੀ ਸਰਕਾਰ ਨੇ ਹਰ ਹੱਥ ਵਰਤਿਆ। ਹਰ ਪਹਿਲਾਂ ਖਾਲਿਸਤਾਨੀ, ਮਾਓਵਾਦੀ, ਜਿਹੜੇ ਅੱਤਵਾਦੀ, ਨਕਸਲਵਾੜੀਏ, ਇਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਟੁਕੜੇ ਟੁਕੜੇ ਗੈਂਗ, ਅਰਬਨ ਨਕਸਲ, ਇਹ ਚੀਜ਼ਾਂ ਦੇ ਨਾਲ ਜੁੜੇ। ਜਦੋਂ ਕੁਛ ਵੀ ਨਾ ਫਿਰ ਉਹ ਫੰਡਿੰਗ ਤੇ ਆ ਗਏ। ਫੰਡਿੰਗ ਆ ਕਿੱਥੋਂ ਰਹੀ ਹੈ? ਹੁਣ ਤੱਕ ਉਹਨਾਂ ਦਾ ਹਰ ਹਰਬਾ ਜਿਹੜਾ ਫੇਲ ਹੋ ਰਿਹਾ। ਇਸ ਫਿਰ ਉਹਨਾਂ ਨੇ ਦੇਖੋ ਵਿੱਚ ਆਪਣੇ ਬੰਦੇ ਵੀ ਵਾੜੇ, ਕੋਸ਼ਿਸ਼ ਕੀਤੀ। ਫਿਰ ਕਦੇ ਇਕੱਲੇ ਪੰਜਾਬ ਦੇ ਆ, ਕਦੇ ਹਰਿਆਣੇ ਦੇ ਆ, ਕਦੇ ਇਕੱਲੇ ਯੂਪੀ ਦੇ ਆ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਉਹਨਾਂ ਨੇ ਹਰ ਹਰਬਾ ਵਰਤ ਕੇ ਦੇਖ ਲਿਆ। ਹੁਣ ਜਿਹੜਾ ਇਹ ਫੋਰੈਂਸਿਕ ਲੈਬ ਨੇ ਜਿਹੜੀਆਂ ਫੋਟੋਜ਼ ਆ ਕੀਤੀਆਂ, ਉਹਦਾ ਹਿੱਸਾ ਹੈ ਕਿ ਉਹਦਾ ਹਿੱਸਾ ਬਿਲਕੁਲ ਉਸੇ ਦਾ ਹੀ ਹਿੱਸਾ ਹੈ। ਇੱਕ ਹੋਰ ਹੱਥਕੰਡਾ ਵਰਤਿਆ ਜਾ ਰਿਹਾ ਕਿਸਾਨੀ ਅੰਦੋਲਨ ਨੂੰ ਤੋੜਨ ਦਾ, ਇਹਨੂੰ ਤਾਰ ਪੀੜੋ ਕਰਨ ਦਾ, ਇਸ ਦੇ ਲੀਡਰਾਂ ਦੀ ਜਿਹੜੀ ਮਾਨਸਿਕਤਾ ਹੈ ਉਸ ਨੂੰ ਝੰਜੋੜਨ ਦਾ, ਕਿਸ ਤਰ੍ਹਾਂ ਇਸ ਨੂੰ ਤਾਰ ਮਾਨਸਿਕ ਤੌਰ ਤੇ ਟੁੱਟ ਜਾਣ, ਮਾਨਸਿਕ ਤੌਰ ਤੇ ਤੋੜਨ ਦਾ ਹੀ ਇਹ ਹੀਲਾ ਕਰ ਰਹੇ ਆ। ਪਰ ਭੁੱਲ ਜਾਣ ਇਸ ਤਰ੍ਹਾਂ ਇਹ ਟੁੱਟਣ ਵਾਲੇ ਨਹੀਂ ਹੈ, ਕਿਉਂਕਿ ਲੋਕ ਹੁਣ ਜਿਹੜੇ ਕਿਸਾਨ ਲੋਕ ਖਾਸ ਕਰਕੇ ਕਿਸਾਨ ਜਥੇਬੰਦੀਆਂ ਨੇ, ਉਹ ਇਹਨਾਂ ਦੀ ਹਰ ਇੱਕ ਚਾਲ ਨੂੰ ਸਮਝਣ ਦੇ ਸਮਰੱਥ। ਜੀ ਇੱਕ ਹੋਰ ਬੜੀ ਅਹਿਮ ਗੱਲ ਹੈ ਕਿ ਉੱਥੇ ਜਿਹੜੀ ਡੋਨੇਸ਼ਨ ਆ ਰਹੀ ਹੈ ਉਹਦੇ ਤੇ ਬੜੇ ਸਵਾਲ ਚੁੱਕ ਰਹੇ ਨੇ ਲੋਕ, ਚੁੱਕਣੇ ਵੀ ਚਾਹੀਦੇ ਨੇ। ਤੇ ਕੱਲ ਉਹਨਾਂ ਨੇ ਜਿਹੜੇ ਉੱਥੋਂ ਦੇ ਖਜ਼ਾਨਚੀ ਸੀਗੇ, ਉਹਨਾਂ ਨੇ ਸਾਰਾ ਜਿਹੜਾ ਸਾਫ਼ ਕਲੀਅਰ ਕਰ ਦਿੱਤਾ ਤੇ ਉਹਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਕਿ ਵੀ ਆਮ ਤੋਂ ਆਮ ਬੰਦਾ ਵੀ ਆ ਕੇ ਸਾਡੇ ਤੋਂ ਜਦੋਂ ਚਾਹੇ ਉਹ ਸਾਡੇ ਤੋਂ ਇਹਦਾ ਹਿਸਾਬ ਕਿਤਾਬ ਲੈ ਸਕਦਾ ਹੈ। ਹਰ ਇੱਕ ਨੂੰ ਰਸੀਦ ਦਿੱਤੀ ਜਾਂਦੀ ਆ ਜਿੰਨਾ ਜੀ, ਕਿਉਂਕਿ ਨੈਸ਼ਨਲ ਮੀਡੀਆ ਦੇ ਵਿੱਚ ਇਹ ਗੱਲ ਪ੍ਰਚਾਰੀ ਜਾ ਰਹੀ ਸੀ ਕਿ ਉਹਨਾਂ ਨੇ ਤਾਂ ਜੀ ਜਿਹੜੇ ਹਿਸਾਬ ਕਿਤਾਬ ਦਾ ਰਜਿਸਟਰੀ ਆ ਉਹ ਹੀ ਗੁੰਮ ਗਏ ਹੋਏ। ਸੋ ਉਹ ਖਜ਼ਾਨਚੀ ਸਾਹਿਬ ਨੇ ਉਹ ਸਾਰੀ ਗੱਲ ਸਾਫ਼ ਕਰ ਦਿੱਤੀ ਕਿ ਮੇਰੇ ਕੋਲੋਂ ਜਦੋਂ ਜੀ ਚਾਹੇ ਆ ਕੇ ਜਿਹੜਾ ਵੀ ਬੰਦੇ ਨੇ ਕੁਝ ਦਿੱਤਾ ਹੈ ਉਹ ਰਸੀਦ ਦਿਖਾਓ ਤੇ ਮੇਰੇ ਕੋਲੋਂ ਹਿਸਾਬ ਲੈ। ਇੱਕ ਹੋਰ ਦਰਸ਼ਕੋ ਕਿ ਬੜੇ ਸਵਾਲ ਉੱਠੇ ਕਿ ਜਿਹੜੇ ਜਥੇਬੰਦੀਆਂ ਦੇ ਲੀਡਰ ਨੇ ਜੀ ਉਹ ਮਹਿੰਗੇ ਹੋਟਲਾਂ 'ਚ ਰਹਿ ਰਹੇ ਨੇ, ਰਹਿ ਵੀ ਰਹੇ ਹੋਣਗੇ, ਅਸੀਂ ਕੋਈ ਗਰੰਟੀ ਨਹੀਂ ਕਰਦੇ। ਪਰ ਕੀ ਤੁਸੀਂ ਉਹਨਾਂ ਨੂੰ ਇਹਨਾਂ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਜਿਹੜੇ MLA ਆ ਜਾਂ ਵਿਧਾਇਕ ਆ ਜਾਂ ਮੰਤਰੀ ਆ, ਸੰਤਰੀ MP ਆ, ਇਹਨਾਂ ਨੇ ਤੁਹਾਡਾ ਕੀ ਅੱਜ ਤੱਕ ਸਵਾਰਿਆ? ਕੁਛ ਸਵਾਰਿਆ ਨਹੀਂ ਨਾ। ਪਰ ਤੁਸੀਂ ਇਹਨਾਂ ਨੂੰ ਸਵਾਲ ਕਿਉਂ ਨਹੀਂ ਕਰਦੇ ਵੀ ਸਾਡੇ ਸਿਰਾਂ ਤੋਂ ਪੈਸੇ ਲੈ ਕੇ, ਸਾਡੇ ਟੈਕਸ ਦੇ ਪੈਸੇ ਤੁਸੀਂ ਆਯਾਸ਼ੀਆਂ ਕਰਦੇ ਹੋ, ਤੁਸੀਂ ਐਸ਼ ਕਰਦੇ ਹੋ, ਤੁਸੀਂ ਜਿਹੜੇ ਹੈਗੇ ਮਹਿੰਗੇ ਘਰਾਂ ਦੇ ਵਿੱਚ ਮਹਿੰਗੇ ਹੋਟਲਾਂ 'ਚ ਰਹਿੰਦੇ ਨੇ, ਉਹਨਾਂ ਨੂੰ ਤੁਸੀਂ ਸਵਾਲ ਨਹੀਂ ਕਰਦੇ। ਤੁਸੀਂ ਸਭ ਤੁਹਾਡਾ ਉੱਥੇ ਫਰਜ਼ ਬਣਦਾ ਸੀ ਕਹਿਣਾ ਕਿ ਹਾਂ ਅਸੀਂ ਆਪਣੇ ਲੀਡਰਾਂ ਨੂੰ ਕੋਈ ਚੱਜ ਦਾ ਕਮਰਾ ਵੀ ਰਹਿਣ ਵਾਸਤੇ ਨਹੀਂ ਲੈ ਕੇ ਦੇ ਸਕਦੇ ਕਿਰਾਏ ਤੇ। ਇਹਨਾਂ ਨੂੰ ਸਵਾਲ ਕਰਨੇ ਬਣਦੇ ਨੇ ਵੀ ਤੁਸੀਂ ਪਹਿਲਾਂ ਦੱਸੋ। ਜਿਹੜੇ ਵੀ ਲੋਕ ਪਰਮਵੀਰ ਇਸ ਤਰ੍ਹਾਂ ਦੇ ਸਵਾਲ ਕਰਦੇ ਜੀ ਕਿ ਤੁਹਾਡੇ ਲੀਡਰ ਤਾਂ ਜੀ ਹੋਟਲਾਂ 'ਚ ਰਹਿੰਦੇ ਨੇ, ਤੇ ਉਹਨਾਂ ਨੂੰ ਇਹ ਗੱਲ ਕਹਿਣੀ ਬਣਦੀ ਸੀ ਕਿ ਹਾਂ ਭਾਈ ਸਾਡੇ ਲੀਡਰ ਸਾਡੇ ਵਾਸਤੇ ਜਾਨ-ਹੂਲਮੀ ਮਿਹਨਤ ਕਰ ਰਹੇ ਆ। 8-8 ਘੰਟੇ ਉਹਨਾਂ ਨਾਲ ਮੀਟਿੰਗਾਂ ਕਰਦੇ ਸੀ। ਉਹ 8-8 ਘੰਟੇ ਮੀਟਿੰਗਾਂ ਕਰਨ ਤੋਂ ਬਾਅਦ ਫਿਰ ਉਹਨਾਂ ਦੀ ਆਪਣੀ ਮੀਟਿੰਗਾਂ ਹੁੰਦੀਆਂ ਸੀ, ਆਪਸੀ ਉਹਨਾਂ ਦੀ ਗੱਲਬਾਤ ਹੁੰਦੀ ਸੀ। ਦਿਮਾਗ ਉਹਨਾਂ ਦੇ ਕਿੰਨੇ ਘਬਰਾ ਜਾਂਦੇ ਸੀ ਜਾਂ ਕਿੰਨੇ ਉਹਨਾਂ ਦੇ ਦਿਮਾਗ ਥੱਕ ਜਾਂਦੇ ਸੀ ਕਿ ਉਹਨਾਂ ਨੂੰ ਉਸ ਤਰ੍ਹਾਂ ਐਸ਼ ਕਰਨ ਦੀ ਹਿੰਮਤ ਨਹੀਂ ਹੋਣੀ ਚਾਹੀਦੀ। ਆਰਾਮ ਉਹਨਾਂ ਨੂੰ ਵੀ ਚਾਹੀਦਾ, ਚੰਗੇ ਤਰੀਕੇ ਨਾਲ ਆਰਾਮ ਕਰਨ ਦਾ। ਕਿੰਨੀ ਸਰਦੀ ਉਸ ਵੇਲੇ ਪੈ ਰਹੀ ਸੀ, ਤਾਂ ਕੀ ਉਸ ਸਰਦੀ ਦੇ ਵਿੱਚ ਉਹ 5 ਸਿਤਾਰਾ ਹੋਟਲਾਂ ਦੇ ਵਿੱਚ ਨਹੀਂ ਰਹਿਣ ਦੇ ਕਾਬਿਲ? ਉਹਨਾਂ ਨੂੰ ਰੱਖਣਾ ਚਾਹੀਦਾ ਸੀ, ਬਲਕਿ ਕਿਸਾਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਤੁਸੀਂ ਸਾਡੀਆਂ ਅੱਖਾਂ ਖੋਲ ਦਿੱਤੀਆਂ, ਅਸੀਂ ਤਾਂ ਆਪਣੇ ਲੀਡਰਾਂ ਨੂੰ 5 ਸਿਤਾਰਾ ਹੋਟਲਾਂ 'ਚ ਰੱਖਾਂ। ਬਲਕਿ ਇਹਨਾਂ ਲੋਕਾਂ ਨੇ ਆਪਣੀਆਂ ਸਫਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇੱਥੇ ਸਾਡੀ ਮਾਨਸਿਕਤਾ ਘਟ ਜਾਂਦੀ ਆ ਜਾਂ ਥੱਲੇ ਡਿੱਗ ਜਾਂਦੀ ਆ ਕਿ ਅਸੀਂ ਲੋਕਾਂ ਨੂੰ ਸਫਾਈਆਂ ਦੇਣ ਲੱਗ ਜਾਂਦੇ ਆ, ਜਦੋਂ ਕਿ ਜੋ ਸਾਡਾ ਹੱਕ ਬਣਦਾ ਉਹਦੇ ਵਾਸਤੇ ਸਾਨੂੰ ਖੁੱਲ੍ਹ ਕੇ ਸਪਸ਼ਟ ਹੋ ਕੇ ਹਿੱਕ ਠੋਕ ਕੇ ਗੱਲ ਕਰਨੀ ਚਾਹੀਦੀ। ਬਿਲਕੁਲ। ਹੁਣ ਆਪਾਂ ਡਾਕਟਰ ਸਾਹਿਬ ਮੇਰੇ ਖਿਆਲ ਇੱਥੇ ਵਿਰਾਮ ਦੇਈਏ ਆਪਣੀ ਗੱਲਬਾਤ ਨੂੰ, ਤੇ ਇੱਕ ਵਾਰੀ ਫੇਰ ਜਿਹੜੀ ਹੈਗੀ ਆ ਤੁਸੀਂ ਆਮ ਪਬਲਿਕ ਨੂੰ ਅਪੀਲ ਕਰੋ ਕਿ ਉਹ ਜਿਹੜੇ ਜਥੇਬੰਦੀਆਂ ਉੱਥੇ ਬੈਠੀਆਂ ਨੇ ਜਾਂ ਕਿਸਾਨ ਜਿਹੜੇ ਉੱਥੇ ਬੈਠੇ ਨੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ, ਔਰ ਖਾਸ ਕਰ ਜਿਹੜਾ ਆਧਾਰ ਹੀ ਸਾਡਾ ਜਿਹੜਾ ਖੇਤੀਬਾੜੀ ਆਧਾਰ ਆ ਸਾਡੇ ਜੀਵਨ ਦਾ, ਉਹਦੇ ਲਈ ਲੜ ਰਹੇ ਨੇ ਉਹਨੂੰ ਬਚਾਉਣ ਦੇ ਲਈ, ਤੇ ਉਹਦੇ ਨਾਲ ਪੂਰੀ ਤਰ੍ਹਾਂ ਜਿਹੜੇ ਲੋਕ ਸਹਿਯੋਗ ਦੇਣ, ਕਿਵੇਂ ਸਹਿਯੋਗ ਦੇਣ ਹਰ ਪੱਖ ਤੋਂ? ਕਾਰਨ ਇਹ ਹੈਗਾ ਕਿ ਕਿਸਾਨ ਜਿਹੜਾ ਹੈ ਸਾਡਾ, ਪਹਿਲੀ ਤਾਂ ਗੱਲ ਪਰਮਵੀਰ ਇਹ ਹੈ ਕਿ ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਜੀ, ਤੇ ਖੇਤੀ ਪ੍ਰਧਾਨ ਦੇਸ਼ ਦੇ ਵਿੱਚ ਸਿਰਫ ਤੇ ਸਿਰਫ ਕਿਸਾਨ ਹੀ ਖੇਤੀ ਨਾਲ ਨਹੀਂ ਜੁੜਿਆ ਹੋਇਆ, ਬਲਕਿ ਕਿਸਾਨ ਦੀ ਉਪਜ ਦੇ ਨਾਲ, ਕਿਸਾਨ ਦੇ ਸੰਦਾਂ ਦੇ ਨਾਲ ਕਿੰਨੇ ਲੋਕਾਂ ਦਾ ਵਪਾਰ ਚੱਲ ਰਿਹਾ। ਉਹ ਸਾਰੇ ਹੀ ਜਿੰਨੇ ਲੋਕ ਕਿਸਾਨ ਦੇ ਇਸ ਕਿੱਤੇ ਨਾਲ ਜੁੜੇ ਹੋਏ, ਛੋਟੇ ਤੋਂ ਲੈ ਕੇ ਵੱਡੇ ਤੱਕ, ਮਜ਼ਦੂਰ ਤੋਂ ਲੈ ਕੇ ਵੱਡੇ ਚੌਧਰੀਆਂ ਤੱਕ, ਸਰਦਾਰ। ਤੁਹਾਡੀ ਗੱਲ ਦੇ ਨਾਲ ਰਿਲੇਟਡ ਇੱਕ ਹੋਰ ਗੱਲ ਕਰ ਦੂੰਗਾ। ਆਪਾਂ ਪਿੰਡਾਂ ਦੇ ਹੈਗੇ ਜਾਂ ਦੇਖਿਆ ਸੀ ਪੁਰਾਣੇ ਸਮਿਆਂ ਦੇ ਵਿੱਚ ਪਿੰਡਾਂ ਦੇ ਵਿੱਚ
ਕੀ ਕੀਤਾ ਜਾਂਦਾ ਸੀਗਾ ਕਿ ਕਿਸਾਨ ਜਿਹੜੇ ਸੀਗੇ ਉਹ ਆਪਣੇ ਖੇਤੀ ਦੇ ਸੰਦ ਬਣਾਉਣ, ਪੂਰੇ ਪਿੰਡ ਦੇ ਵਿੱਚ ਇੱਕ ਜਿਹੜਾ ਹੁੰਦਾ ਸੀਗਾ ਜਿਹੜਾ ਸੰਦ ਠੀਕ ਕਰਨ ਵਾਲਾ ਹੁੰਦਾ ਸੀਗਾ, ਸਮਾਨ ਠੀਕ ਉਹਨਾਂ ਦੇ ਜਿਹੜੇ ਹਲ ਸੀਗੇ, ਮੁੰਨੇ ਘੜਨ ਵਾਲਾ, ਹਲ ਕਰਨ ਵਾਲਾ, ਈਵਨ ਯਾਨੀ ਕਿ ਘਰਾਂ ਦੇ ਵਿੱਚ ਜਿਹੜੇ ਮੰਜੇ ਪੀੜੇ ਸੀਗੇ ਉਹਨਾਂ ਨੂੰ ਵੀ ਬਣਾਉਣ ਵਾਲਾ, ਉਹਨਾਂ ਦੀ ਰਿਪੇਅਰ ਕਰਨ ਵਾਲਾ, ਜਿਹਨੂੰ ਅਸੀਂ ਸੇਪੀ ਕਹਿ ਦਿੰਦੇ ਸੀ, ਉਹ ਪੂਰੇ ਪਿੰਡ ਦਾ ਜਿਹੜੇ ਲੋਕ ਸੀ, ਕਿਸਾਨ ਸੀ, ਇੱਕੋ ਹੁੰਦੇ ਸੀ। ਉਹਨੂੰ ਪਿੰਡ ਦੇ ਵਿੱਚ ਜਗ੍ਹਾ ਦੇ ਦਿੱਤੀ ਜਾਂਦੀ ਸੀ, ਉੱਥੇ ਬੈਠ ਕੇ ਉਹ ਆਪਣੇ ਸਾਰੇ ਸੰਦ ਰੱਖ ਕੇ ਤੇਸਾ ਜਾਂ ਜਿਹੜੇ ਹੈਗੇ ਕਈਆਂ, ਜੋ ਦਾਤੀਆਂ, ਜੋ ਵੀ ਖੇਤੀਬਾੜੀ ਦੇ ਨਾਲ ਸੰਬੰਧਿਤ, ਈਵਨ ਯਾਨੀ ਕਿ ਘਰਾਂ ਦੇ ਵਿੱਚ ਮੰਜੇ ਪੀੜ੍ਹਿਆਂ ਦਾ ਸਮਾਨ ਰੱਖ ਕੇ ਉੱਥੇ ਉਹ ਕੰਮ ਕਰਦਾ ਰਹਿੰਦਾ ਸੀਗਾ। ਤੇ ਪਿੰਡ ਦੇ ਜਿਹੜੇ ਇੱਕ ਉਹਦੀ ਬੜੀ ਇੱਜ਼ਤ ਵੀ ਹੁੰਦੀ ਸੀਗੀ। ਔਰ ਲੋਕ ਕੀ ਕਰਦੇ ਸੀ, ਕਿਸਾਨ ਕੀ ਕਰਦੇ ਸੀ, ਉਹਦੇ ਤੋਂ ਆਪਣਾ ਸਾਰਾ ਕੰਮ ਕਰਾਈ ਜਾਂਦੇ ਸੀ। ਜਦੋਂ ਫਸਲ ਹੁੰਦੀ ਸੀਗੀ ਤੇ ਉਹਨੂੰ ਅਨਾਜ ਦਿੰਦੇ ਸੀਗੇ ਇਸ ਤਰੀਕੇ ਦੇ ਨਾਲ। ਇਵੇਂ ਹੀ ਇਦਾਂ ਹੀ ਜਿਹੜੇ ਜਿਨ੍ਹਾਂ ਨੂੰ ਹਲ ਵਗੈਰਾ ਠੀਕ ਕਰਨ ਵਾਸਤੇ ਨਹੀਂ ਸੀ, ਲੋਹੇ ਦਾ ਕੰਮ ਵੀ ਕਰਵਾਉਂਦੇ ਸੀ ਸੇਪੀ ਤੇ। ਇਹ ਜਿਹੜਾ ਖੇਤੀ ਦਾ ਸੰਦ ਸੀਗਾ, ਸੰਦ ਸਦੇੜਾ ਸਾਰਾ, ਉਹ ਵੀ ਸੇਪੀ ਤੇ ਕਰਵਾਉਂਦੇ ਸੀ। ਈਵਨ ਕਿ ਜਿਹੜੇ ਕੱਪੜੇ ਵਗੈਰਾ ਸਵਾਉਣ ਦਾ ਕੰਮ ਸੀ, ਦਰਜੀ ਵਗੈਰਾ ਦਾ ਕੰਮ ਸੀ, ਉਹਦੇ ਨਾਲ ਵੀ ਸੇਪੀ। ਬਿਲਕੁਲ ਕਈ ਵਾਰੀ ਸਬਜ਼ੀ ਕੱਦੂ ਵਗੈਰਾ ਲਿਜਾ ਕੇ ਉਹਨੂੰ ਦਿੱਤੇ ਜਾਂਦੇ। ਸੋ ਇਸ ਤਰੀਕੇ ਦਾ ਭਾਈਚਾਰਾ ਮਿਲਵਰਤਨ ਸੀ ਪਿੰਡਾਂ ਦੇ ਵਿੱਚ। ਹਰ ਕੋਈ ਕਿਸਾਨ ਤੇ ਡਿਪੈਂਡ ਸੀ, ਕਿਸਾਨ ਤੇ ਨਿਰਭਰ ਸੀ। ਅੱਜ ਵੀ ਕਿਸਾਨ ਤੇ ਨਿਰਭਰ ਆ, ਉਹਦੀ ਖੇਤੀਬਾੜੀ ਤੇ ਉਹਦੀ ਮਿਹਨਤ ਤੇ ਨਿਰਭਰ ਆ। ਸੋ ਹੁਣ ਵੀ ਇਹੀ ਗੱਲ ਹੈ ਕਿ ਜਿੰਨੇ ਵੀ ਸ਼ਹਿਰਾਂ ਦੇ ਵਿੱਚ ਸਾਡੇ ਵਪਾਰੀ ਲੋਕ ਬੈਠੇ ਹੋਏ ਨੇ ਤੇ ਖੇਤੀ ਨਾਲ ਸੰਬੰਧਿਤ ਵਪਾਰ ਆ ਉਹਨਾਂ ਦਾ, ਜਾਂ ਅਨਾਜ ਵੇਚਦੇ ਨੇ ਜਾਂ ਕਰਿਆਨੇ ਦੀਆਂ ਦੁਕਾਨਾਂ ਕਰਦੇ ਨੇ, ਉਹਨਾਂ ਸਾਰਿਆਂ ਦਾ ਕਿਸਾਨ ਨਾਲ ਸਿੱਧੇ ਅਸਿੱਧੇ ਰੂਪ 'ਚ ਸੰਬੰਧ ਹੈਗਾ। ਔਰ ਇਹਨਾਂ ਸਾਰਿਆਂ ਨੂੰ ਜਾਗ ਜਾਣਾ ਚਾਹੀਦਾ ਹੈ ਕਿ ਜੇ ਕਿਸਾਨ ਨਾ ਰਿਹਾ ਤੇ ਰਹਿਣਾ ਅਸੀਂ ਨਹੀਂ। ਕਾਰਨ ਇਹ ਹੈ ਕਿ ਜਿਹੜੇ ਵੱਡੇ ਘਰਾਣੇ ਆ, ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਈ ਵਾਰੀ, ਕਿ ਜਿਹੜੇ ਵੱਡੇ ਘਰਾਣੇ ਉਹਨਾਂ ਨੇ ਵੱਡੇ ਸਾਈਲੋ, ਕਈ ਲੱਖ ਮੀਟ੍ਰਿਕ ਟਨ ਅਨਾਜ ਭੰਡਾਰਨ ਦੇ ਤਿਆਰ ਕੀਤੇ ਹੋਏ ਆ। ਔਰ ਉਸ ਤੋਂ ਬਾਅਦ ਇਹਨਾਂ ਦੀਆਂ ਛੋਟੀਆਂ-ਮੋਟੀਆਂ ਦੁਕਾਨਾਂ ਕਿਤੇ ਨਹੀਂ ਚੱਲਣ ਵਾਲੀਆਂ, ਕਿਉਂਕਿ ਉਹਨਾਂ ਨੇ ਆਪਣੇ ਵੱਡੇ ਜਿਹੜੇ ਮਾਲ ਹੈ ਉਹ ਤਿਆਰ ਕਰਨੇ ਨੇ, ਉੱਥੇ ਪੈਕਟ ਬੰਦ ਸਾਨੂੰ ਚੀਜ਼ਾਂ ਦੇਣੀਆਂ। ਤਾਂ ਉਹ ਜਿਹੜੀਆਂ ਪੈਕਟ ਬੰਦ ਚੀਜ਼ਾਂ ਨੇ, ਜਿਵੇਂ ਟਿਕੈਤ ਸਾਹਿਬ ਕਹਿੰਦੇ ਕਿ ਜਿਵੇਂ ਸਾਨੂੰ ਹੁਣ ਕੰਡਿਆਲੀਆਂ ਤਾਰਾਂ ਦੇ ਵਿੱਚ ਬੰਦ ਕੀਤਾ, ਤੇ ਫਿਰ ਇਸੇ ਤਰ੍ਹਾਂ ਸਾਡਾ ਅਨਾਜ ਕੰਡਿਆਲੀਆਂ ਤਾਰਾਂ ਦੇ ਵਿੱਚ, ਇਹਨਾਂ ਦੇ ਸਾਈਲੋ ਵਿੱਚ ਬੰਦ ਹੋਏਗਾ ਤੇ ਸਾਨੂੰ ਪੈਕਟਾਂ ਵਿੱਚ ਮਿਲਿਆ ਕਰੇਗਾ। ਸੋ ਇਸ ਚੀਜ਼ ਨੂੰ ਧਿਆਨ 'ਚ ਰੱਖ ਲੈਣਾ ਚਾਹੀਦਾ ਹੈ ਕਿ ਜੇ ਕਿਸਾਨ ਮਰੇਗਾ ਤੇ ਮਰਾਂਗੇ ਅਸੀਂ ਸਾਰੇ ਹੀ। ਸੋ ਸਾਨੂੰ ਹਰ ਤਰ੍ਹਾਂ ਨਾਲ ਕਿਸਾਨ ਦੇ ਨਾਲ ਉੱਠ ਕੇ ਖੜਨਾ ਚਾਹੀਦਾ। ਸੋ ਕੁੱਲ ਮਿਲਾ ਕੇ ਸਾਰੀ ਗੱਲਬਾਤ ਤੋਂ ਇਹ ਸਿੱਟਾ ਨਿਕਲਿਆ ਕਿ ਅਸੀਂ ਕਿਸੇ ਵੀ ਰੂਪ ਦੇ ਵਿੱਚ ਕਿਸਾਨਾਂ ਦਾ ਸਹਿਯੋਗ ਕਰੀਏ, ਚਾਹੇ ਉੱਥੇ ਸ਼ਮੂਲੀਅਤ ਕਰਕੇ ਅੰਦੋਲਨ ਦੇ ਵਿੱਚ, ਚਾਹੇ ਕੋਈ ਰਸਤ ਪਾਣੀ ਦੇ ਸਕਦੇ ਤਾਂ ਉਹ ਦੇਈਏ, ਕਿਸੇ ਮਾਇਕ ਮਦਦ ਦੇ ਸਕਦੇ ਤਾਂ ਉਹ ਦੇਈਏ, ਹਰ ਤਰ੍ਹਾਂ ਨਾਲ ਦੇਈਏ। ਦੂਸਰੀ ਗੱਲ ਜਿਹੜੀ ਡਾਕਟਰ ਸਾਹਿਬ ਨੇ ਕਹੀ ਹੈ ਕਿ ਜਿਹੜੀ ਮਹਿੰਗਾਈ ਦੀ ਮਾਰ ਅਸੀਂ ਜਿਹੜੀ ਰੌਲਾ ਪਾ ਰਹੇ ਕਿ ਮਹਿੰਗਾਈ ਹੋ ਗਈ, ਜੇ ਤੁਸੀਂ ਇਸੇ ਤਰ੍ਹਾਂ ਚੁੱਪ ਕਰਕੇ ਬੈਠੇ ਰਹੇ, ਉਹ ਕਹਿੰਦੇ ਨਾ ਪਹਿਲਾਂ ਤੁਹਾਡੀ ਉਂਗਲ ਫੜਦੇ ਨੇ, ਤੁਸੀਂ ਚੁੱਪ ਹੋ, ਤੇ ਫਿਰ ਤੁਹਾਡੇ ਗੁੱਟ ਨੂੰ ਫੜ ਲੈਂਦੇ ਨੇ, ਤੁਸੀਂ ਫਿਰ ਚੁੱਪ ਹੋ, ਤੇ ਫਿਰ ਅੱਗੇ ਜਾ ਕੇ ਤੁਹਾਡੇ ਗਲੇ ਨੂੰ ਪੈ ਜਾਂਦੇ ਨੇ ਗਲਾ, ਤੇ ਜਦੋਂ ਗਲਾ ਦਬਾ ਦਿੱਤਾ ਜਾਂਦਾ ਨਾ ਤੇ ਫਿਰ ਸਾਹ ਨਹੀਂ ਨਿਕਲਦਾ। ਇਸੇ ਤਰ੍ਹਾਂ ਇਹ ਸਰਕਾਰਾਂ ਕਰ ਰਹੀਆਂ ਨੇ। ਸੋ ਵੀਰੋ ਉੱਠੋ, ਜਾਗੋ। ਖਾਸ ਕਰ ਜਿਹੜੇ ਸਾਡੇ ਜਿਹੜੇ ਸ਼ਹਿਰੀ ਤਬਕਾ ਹੈਗਾ ਉਹ ਘੇਰੋ, ਆਪਣੇ MLA ਨੂੰ ਘੇਰੋ। ਕਿਉਂ ਤੁਸੀਂ ਜਿਹੜਾ ਹੈਗਾ ਉਹਨਾਂ ਤੋਂ ਡਰਦੇ ਹੋ? ਕੀ ਡਰ ਆ ਤੁਹਾਡੇ ਕੋਲੇ? ਕਿਉਂਕਿ ਤੁਹਾਡੇ ਉਹ ਨੌਕਰ ਨੇ, ਤੁਸੀਂ ਉਹਨਾਂ ਨੂੰ ਵੋਟਾਂ ਦਿੱਤੀਆਂ ਨੇ, ਤਾਂ ਤੁਹਾਨੂੰ ਸਵਾਲ ਪੁੱਛਣੇ ਚਾਹੀਦੇ ਕਿਉਂ ਹੋ ਰਹੇ? ਕਿਉਂਕਿ ਉਹਨਾਂ ਨੂੰ ਤਾਂ ਕੋਈ ਟੈਕਸ ਨਹੀਂ ਪੈ ਰਿਹਾ, ਉਹਨਾਂ ਨੂੰ ਕੋਈ ਬਿਜਲੀ ਦੇ ਬਿੱਲ ਨਹੀਂ ਪੈ ਰਹੇ, ਮੈਡੀਕਲ ਉਹਨਾਂ ਨੂੰ ਫ੍ਰੀ ਆ। ਈਵਨ ਦੈਨ ਕਿ ਜਿਹੜੀਆਂ ਗੱਡੀਆਂ ਸਰਕਾਰੀ ਤੁਹਾਡੇ ਸਿਰਾਂ ਤੋਂ ਵੇਖੋ ਲਗਜ਼ਰੀ ਗੱਡੀਆਂ ਦੇ ਵਿੱਚ ਘੁੰਮ ਰਹੇ ਨੇ, ਉਹ ਗੱਡੀਆਂ ਕੋਈ ਉਹਨਾਂ ਦੇ ਪੈਸੇ ਦੀਆਂ ਨਹੀਂ ਆਈਆਂ, ਉਹ ਕੋਈ ਕਈ ਚਲਾ ਕੇ ਨਹੀਂ ਲੈ ਕੇ ਆਏ, ਜਾਂ ਉਹਨਾਂ ਦੇ ਬਾਪ ਦੀਆਂ ਨਹੀਂ ਹੈਗੀਆਂ। ਉਹ ਗੱਡੀਆਂ ਸਿਰਫ ਤੁਹਾਡੇ ਸਿਰਾਂ ਤੋਂ ਆਈਆਂ, ਤੁਹਾਡੇ ਟੈਕਸਾਂ, ਤੁਹਾਡੇ ਖੂਨ ਚੂਸ ਕੇ। ਤੁਹਾਡਾ ਬੱਚਾ ਕੋਈ ਅੱਜ ਜੇ ਕੋਈ ਛੋਟੀ ਮੋਟੀ ਪੁਰਾਣੀ ਮਰੂਤੀ ਵੀ ਲੈ ਲੈਂਦਾ ਤੇ ਉਹਦੇ ਤੇ ਉਂਗਲਾਂ ਖੜੀਆਂ ਹੋ ਜਾਂਦੀਆਂ। ਕਈ ਤਰੀਕੇ ਦੇ ਨਾਲ ਉਹਨੂੰ ਤੰਗ ਪਰੇਸ਼ਾਨ ਕਰਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ। ਇਹਨਾਂ ਦੇ ਬੱਚੇ ਐਸ਼ ਕਰ ਰਹੇ ਨੇ ਔਰ ਵੱਡੇ ਅਹੁਦਿਆਂ ਤੇ ਬਿਰਾਜਮਾਨ ਹੋ ਰਹੇ ਨੇ। ਇਹ ਤੁਸੀਂ ਕਦੋਂ ਸੋਚੋਗੇ, ਕਦੋਂ ਜਾਗੋਗੇ? ਸੋ ਇਹ ਜੋਕਾਂ ਨੇ, ਇਹਨਾਂ ਜੋਕਾਂ ਨੂੰ ਜਿੰਨੀ ਜਲਦੀ ਤੁਸੀਂ ਤੋੜ ਕੇ ਲਾਹ ਸੁੱਟੋ ਓਨਾ ਜਲਦੀ ਚੰਗਾ। ਹਰ ਇੱਕ ਨੂੰ ਇਸ ਧਰਤੀ ਤੇ ਜੋ ਵੀ ਜੀਵ ਆਇਆ ਉਹਨੂੰ ਜਿਉਣ ਦਾ ਹੱਕ ਆ, ਉਹਨੂੰ ਖਾਣ ਦਾ ਵੀ ਜਿਹੜਾ ਹੱਕ ਆ। ਕਿਉਂਕਿ ਗੁਰਬਾਣੀ ਵੀ ਕਹਿੰਦੀ ਸਿਰ ਸੇ ਰਿਜ਼ਕ ਸੰਭਾਹੇ ਠਾਕਰ ਕਾਹੇ ਮਨ ਭੁੱਖੇ। ਸਿਰ ਸੇ ਰਿਜ਼ਕ ਦਾ ਮਤਲਬ ਹੈ ਕਿ ਜਿੰਨੇ ਸਿਰ ਇਸ ਦੁਨੀਆ ਤੇ ਧਰਤੀ ਤੇ ਆਉਂਦੇ ਨੇ ਉਹਨੂੰ ਉਹਦੇ ਰਿਜ਼ਕ ਦਾ ਹੱਕ ਸੰਭਾਹੇ ਠਾਕਰ ਸਭ ਦੇ ਸਿਰ ਤੇ ਹੈ। ਸੋ ਇਹਨਾਂ ਮੁੱਠੀ ਭਰ ਲੋਕਾਂ ਨੇ ਜਿਹੜੇ ਜੋਕਾਂ ਬਣ ਕੇ ਸਾਡਾ ਖੂਨ ਨਿਚੋੜ ਰਹੇ ਨੇ, ਇਹਨਾਂ ਨੇ ਜਿੱਥੇ ਕੁਦਰਤੀ ਸਾਧਨ ਹੈਗੇ ਉਹ ਆਪਣੇ ਗ੍ਰਿਪ ਦੇ ਵਿੱਚ ਕੀਤੇ ਹੋਏ ਨੇ। ਜੋ ਕੁਛ ਵੀ ਹੈਗਾ ਸਾਰਾ ਕੁਛ ਆਪਣੇ
ਅਧੀਨ ਕਰਕੇ ਸਾਨੂੰ ਗੁਲਾਮੀ ਦੀ ਜ਼ਿੰਦਗੀ, ਸਾਨੂੰ ਬਹੁਤ ਜ਼ਹਾਲਤ ਦੀ ਜ਼ਿੰਦਗੀ ਦਿੱਤੀ ਹੋਈ ਹੈ। ਸੋ ਅਸੀਂ ਜਾਗੀਏ, ਛੁਟਕਾਰਾ ਪਾਈਏ, ਪਾਉਣ ਵਾਸਤੇ ਸਾਨੂੰ ਇਕਜੁੱਟ ਹੋਣਾ ਪਏਗਾ, ਆਵਾਜ਼ ਬੁਲੰਦ ਕਰਨੀ ਪਏਗੀ। ਸੋ ਇੰਨੀਆਂ ਹੀ ਬੇਨਤੀਆਂ ਦੇ ਨਾਲ ਲੈਂਦੇ ਹਾਂ ਇਜਾਜ਼ਤ। ਫਿਰ ਕਿਸੇ ਨਵੇਂ ਟੌਪਿਕ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਸੋ ਦੇਖਣ ਤੇ ਸੁਣਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ।